ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਅਲਾਣੀਆਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਅਸੀਂ ਜਿਸ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰ ਰਹੇ ਹਾਂ, ਇਹ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਵਡਹੰਸ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 580 ਤੇ ਅੰਕਿਤ ਹੈ। ਇਸ ਪਾਵਨ ਸ਼ਬਦ ਅੰਦਰ ਗੁਰਦੇਵ ਪਾਤਸ਼ਾਹ ਜੀ ਨੇ ਪਹਿਲੇ ਔਰ ਦੂਜੇ ਅੰਕ ਵਿੱਚ ਸਾਹਿਬ ਦੀਆਂ ਵਡਿਆਈਆਂ ਔਰ ਉਸ ਦੇ ਨਾਲ ਪਿਆਰ ਭਰੀ ਵਾਰਤਾਲਾਪ ਔਰ ਅਰਦਾਸ ਕੀਤੀ ਹੈ। ਸੱਚੜਾ ਸਾਹਿਬ ਸੱਚ ਤੂੰ, ਸੱਚੜਾ ਦੇਹ ਪਿਆਰੋ। ਚੌਥੇ, ਪੰਜਵੇਂ ਔਰ ਛੇਵੇਂ ਅੰਕ ਵਿੱਚ ਜਾਨੀ ਜੋ ਪਿਆਰੇ ਮਿੱਤਰ ਨੇ, ਉਹਨਾਂ ਦੇ ਸਰੀਰਕ ਵਿਛੋੜੇ ਨੂੰ ਸਾਹਮਣੇ ਰੱਖ ਕੇ ਧੀਰਜ ਦਿੱਤਾ ਹੈ ਔਰ ਸਾਨੂੰ ਸਮਝਾਇਆ ਹੈ ਕਿ ਸੰਜੋਗ ਵਿਜੋਗ ਦੋਇ ਕਾਰ ਚਲਾਵੇਂ, ਲਿਖ ਆਵੇਂ ਭਾਗ। ਯਾਨੀ ਸੰਜੋਗ ਔਰ ਵਿਜੋਗ ਰਾਹੀਂ ਇਸ ਸੰਸਾਰ ਦੇ ਉੱਤੇ ਮਿਲਾਪ ਔਰ ਵਿਛੋੜਾ ਹੁੰਦਾ ਹੈ ਔਰ ਜਿਹੜੀ ਮੌਤ ਹੈ ਉਹ ਕਦੇ ਵੀ ਉਮਰ ਦਾ ਲਿਹਾਜ਼ ਨਹੀਂ ਕਰਦੀ। ਜਦੋਂ ਜੀਵ ਮਰ ਜਾਂਦਾ ਹੈ ਤਾਂ ਸਰੀਰ ਦੇ ਜਿੰਨੇ ਵੀ ਅੰਗ ਨੇ, 9 ਦੇ 9 ਦਰਵਾਜ਼ੇ ਕੰਮ ਕਰਨਾ ਛੱਡ ਦਿੰਦੇ ਨੇ ਔਰ ਮਨੁੱਖ ਮੁਰਦਾ ਹੋ ਜਾਂਦਾ ਹੈ। ਤੇ ਜੋ ਪਿਛਲੇ ਸੱਜਣ ਮਿੱਤਰ ਨੇ ਉਹ ਟਾਹਾਂ ਮਾਰਦੇ, ਰੋਂਦੇ ਨੇ ਜਾਂ ਅਫਸੋਸ ਕਰਦੇ ਨੇ। ਤੇ ਗੁਰਦੇਵ ਪਿਤਾ ਜੀ ਨੇ ਸਾਨੂੰ ਉਪਦੇਸ਼ ਕੀਤਾ ਹੈ ਕਿ ਇਸ ਤਰ੍ਹਾਂ ਰੋਣ ਦਾ ਕੋਈ ਲਾਭ ਨਹੀਂ ਹੈ, ਇਹਦਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਰੋਣ ਦੇ ਨਾਲ ਕਦੇ ਵੀ ਕੋਈ ਮਰਨ ਵਾਲਾ ਵਾਪਸ ਨਹੀਂ ਆਉਂਦਾ। ਇਸ ਲਈ ਸਾਨੂੰ ਸੱਚੇ ਸਾਹਿਬ ਦੇ ਗੁਣ ਗਾਣੇ ਚਾਹੀਦੇ ਨੇ ਔਰ ਰੱਬੀ ਰਜ਼ਾ ਨੂੰ ਸਮਝ ਕੇ ਰੱਬੀ ਰਜ਼ਾ ਦੇ ਵਿੱਚ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ। 7ਵੇਂ ਔਰ 8ਵੇਂ ਅੰਕ ਦੇ ਅੰਦਰ ਗੁਰਦੇਵ ਪਾਤਸ਼ਾਹ ਜੀ ਨੇ ਜੀਵਤ ਭਾਵ ਤੋਂ ਮਰਨ ਦੀ ਜਾਚ ਸਿਖਾਈ ਹੈ ਔਰ ਸਾਨੂੰ ਸਮਝਾਇਆ ਹੈ ਕਿ ਹਰ ਜੀਵ ਦੇ ਅੰਦਰ, ਹਰ ਸਰੀਰ ਦੇ ਅੰਦਰ ਪ੍ਰਭੂ ਪਰਮਾਤਮਾ ਵਸ ਰਿਹਾ ਹੈ। ਉਸ ਪ੍ਰਭੂ ਪਰਮਾਤਮਾ ਦੇ ਨਾਲ ਮਿਲਣ ਦਾ ਯਤਨ ਕਰੋ, ਉਸ ਮਾਲਕ ਦੇ ਗੁਣ ਗਾਓ, ਰੋਣ ਦੀ ਬਜਾਏ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰੋ ਔਰ ਇਸ ਗੱਲ ਦਾ ਅਫਸੋਸ ਕਰੋ ਕਿ ਅਸੀਂ ਪ੍ਰਭੂ ਦੇ ਨਾਲੋਂ ਵਿਛੜੇ ਹੋਏ ਹਾਂ। ਬ੍ਰਹਮ ਦੀ ਵਿਚਾਰ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰੋ। ਜੇ ਤੁਸੀਂ ਇਸ ਤਰ੍ਹਾਂ ਜ਼ਿੰਦਗੀ ਜੀਵੋਗੇ ਤਾਂ ਤੁਹਾਡਾ ਇਹ ਜੀਵਨ ਸਫਲਾ ਹੋ ਜਾਏਗਾ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ। ਗੁਰਦੇਵ ਪਾਤਸ਼ਾਹ ਜੀ ਪਹਿਲਾ ਬਚਨ ਕਰਦੇ ਨੇ, ਸੱਚ ਸਿਰੰਦਾ ਸੱਚਾ ਜਾਣੀਐ, ਸੱਚੜਾ ਪਰਵਤਗਾਰੋ। ਇੱਥੇ ਸਿਰੰਦਾ ਦਾ ਮਤਲਬ ਹੈ ਸਿਰਜਣਹਾਰ, ਸੱਚੜਾ ਦਾ ਮਤਲਬ ਸਦਾ ਰਹਿਣ ਵਾਲਾ ਤੇ ਪਰਵਤਗਾਰੋ ਦਾ ਮਤਲਬ ਹੈ ਪਾਲਣ ਵਾਲਾ। ਸੱਚ ਦਾ ਮਤਲਬ ਸਦਾ ਥਿਰ ਰਹਿਣ ਵਾਲਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਨਿਸ਼ਚਾ ਕਰੋ ਕਿ ਜਗਤ ਨੂੰ ਪੈਦਾ ਕਰਨ ਵਾਲਾ ਪ੍ਰਭੂ ਸਦਾ ਥਿਰ ਹੈ ਔਰ ਉਹ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਯਾਨੀ ਸੰਸਾਰ ਦਾ ਸਿਰਜਣ ਕਰਨਾ ਇੱਕ ਸੱਚਾ ਪ੍ਰਬੰਧ ਹੈ, ਅਟਲ ਪ੍ਰਬੰਧ ਹੈ ਔਰ ਪ੍ਰਭੂ ਦੇ ਹੁਕਮ ਦੇ ਅੰਦਰ ਹਰ ਜੀਵ ਦੀ ਪ੍ਰਤਪਾਲਨਾ ਹੋ ਰਹੀ ਹੈ। ਹਰ ਜੀਵ ਦੇ ਜੀਵਨ ਦਾ ਇੱਕ ਨਿਯਮ ਬਣਿਆ ਹੋਇਆ ਹੈ, ਚਾਹੇ ਕੋਈ ਜਲਚਰ ਹੈ, ਥਲਚਰ ਹੈ, ਉਭयचर ਹੈ, ਨਭਚਰ ਹੈ। ਹਰ ਜੀਵ ਦੇ ਜੀਵਨ ਦੀ ਇੱਥੇ ਸਿਸਟਮ ਹੈ। ਹਰ ਜੀਵ ਦੇ ਜੀਵਨ ਦਾ, ਪਾਲਣ ਦਾ, ਜੀਣ ਦਾ, ਉਤਪत्ति ਦਾ ਨਿਯਮ ਬਣਿਆ ਹੋਇਆ ਹੈ। ਉਹਦੇ ਅੰਦਰ ਇਹ ਸਾਰਾ ਸਿਸਟਮ ਚੱਲ ਰਿਹਾ ਹੈ ਤੇ ਸਦਾ ਰਹਿਣ ਵਾਲਾ ਸਿਰਫ ਔਰ ਸਿਰਫ ਇੱਕ ਅਕਾਲ ਪੁਰਖ ਪ੍ਰਭੂ ਪਰਮਾਤਮਾ ਹੈ। ਜਿਨ ਆਪੀ ਨੇ ਆਪ ਸਾਜਿਆ, ਸੱਚੜਾ ਅਲਖ ਅਪਾਰੋ। ਜਿਨ ਦਾ ਮਤਲਬ ਜਿਸ ਨੇ। ਜਦੋਂ ਵੀ ਜਿਨ ਔਰ ਤਿੰਨ ਦਾ ਨੰਨਾ ਸਿਹਾਰੀ ਸਹਿਤ ਹੁੰਦਾ ਹੈ ਤਾਂ ਉਦੋਂ ਇਹ ਸ਼ਬਦ ਇੱਕ ਵਚਨ ਹੁੰਦਾ ਹੈ। ਆਪੀ ਨੇ ਆਪ ਸਾਜਿਆ ਦਾ ਮਤਲਬ ਆਪਣੇ ਆਪ ਨੂੰ ਸਿਰਜਿਆ ਹੈ। ਤਾਂ ਜਿਸ ਸਦਾ ਥਿਰ ਪ੍ਰਭੂ ਨੇ ਆਪ ਹੀ ਆਪਣੇ ਆਪ ਨੂੰ ਜਗਤ ਰੂਪ ਵਿੱਚ ਪ੍ਰਗਟ ਕੀਤਾ ਹੈ। ਸਿਰਜਿਆ ਹੈ ਦਾ ਮਤਲਬ
ਜਗਤ ਰੂਪ ਵਿੱਚ ਪ੍ਰਗਟ ਕੀਤਾ ਹੈ। ਉਹ ਸੱਚਾ ਪ੍ਰਭੂ ਅਲੱਖ ਹੈ। ਅਲੱਖ ਦਾ ਮਤਲਬ ਲਖਨ ਤੋਂ ਪਰੇ ਅਦ੍ਰਿਸ਼ਟ ਹੈ ਤੇ ਅਪਾਰ ਦਾ ਮਤਲਬ ਬੇਅੰਤ ਹੈ। ਹੁਣ ਦੇਖੋ, ਰੱਬ ਦਿਸਦਾ ਹੋਇਆ ਵੀ ਸਾਨੂੰ ਦਿਸਦਾ ਕਿਉਂ ਨਹੀਂ, ਅਦ੍ਰਿਸ਼ਟ ਕਿਵੇਂ ਹੈ? ਇਹ ਚੀਜ਼ ਸਮਝਣ ਵਾਲੀ ਹੈ, ਕਿਉਂਕਿ ਉਹ ਸ਼ਕਤੀ ਰੂਪ ਹੈ। ਉਹਦਾ ਕੋਈ ਵਿਸ਼ੇਸ਼ ਆਕਾਰ ਨਹੀਂ। ਜਦੋਂ ਅਸੀਂ ਪੂਰੇ ਯੂਨੀਵਰਸ ਨੂੰ ਦੇਖਦੇ ਹਾਂ ਤਾਂ ਇਹ ਉਸ ਪ੍ਰਭੂ ਦਾ ਰੂਪ ਹੈ। ਪਰ ਜਦੋਂ ਅਸੀਂ ਅਲੱਗ-ਅਲੱਗ ਚੀਜ਼ਾਂ ਨੂੰ ਦੇਖਦੇ ਹਾਂ, ਫਿਰ ਸਾਨੂੰ ਸਮਝ ਪਵੇਗੀ ਇਹ ਧਰਤੀ ਹੈ, ਇਹ ਸੂਰਜ ਹੈ, ਇਹ ਚੰਦਰਮਾ ਹੈ। ਜਿਵੇਂ ਸਮੁੰਦਰ ਨੂੰ ਸਮਗਰ ਤੌਰ ਤੇ ਵੇਖੀਏ ਤਾਂ ਸਮੁੰਦਰ ਨਜ਼ਰੀ ਪਵੇਗਾ, ਲੇਕਿਨ ਅਲੱਗ-ਅਲੱਗ ਦੇਖੀਏ ਤਾਂ ਲਹਿਰਾਂ ਸਾਨੂੰ ਅਲੱਗ-ਅਲੱਗ ਨਜ਼ਰੀ ਪੈਣਗੀਆਂ। ਅਲੱਖ ਕਿਵੇਂ ਹੈ, ਇਹ ਚੀਜ਼ ਹੋਰ ਸਮਝਣ ਵਾਲੀ ਹੈ। ਦੇਖੋ, ਹਰ ਜੀਵ ਦੇ ਅੰਦਰ ਪ੍ਰਭੂ ਆਪ ਵਸ ਰਿਹਾ, ਹਰ ਇੱਕ ਦੇ ਅੰਦਰ ਉਹ ਵਸ ਰਿਹਾ, ਪਰ ਅਸੀਂ ਉਹਨੂੰ ਵੇਖ ਨਹੀਂ ਰਹੇ, ਸਮਝ ਨਹੀਂ ਰਹੇ, ਕਿਉਂਕਿ ਰੱਬ ਗੁਣ ਸਰੂਪ ਹੈ ਤੇ ਗੁਣ ਸਰੂਪ ਕਰਕੇ ਉਹ ਮੇਰੇ ਔਰ ਤੁਹਾਡੇ ਹਰ ਇੱਕ ਦੇ ਅੰਦਰ ਵਸ ਰਿਹਾ ਹੈ। ਜੇ ਅਸੀਂ ਆਪਣੇ ਅੰਦਰ ਦੂਜਿਆਂ ਦੇ ਅੰਦਰ ਗੁਣਾਂ ਨੂੰ ਵੇਖੀਏ ਤਾਂ ਗੁਣਾਂ ਦੇ ਦਰਸ਼ਨ ਹੋਣਗੇ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਜਦੋਂ ਮੈਂ ਤੁਹਾਡੇ ਅੰਦਰ ਰੱਬ ਦੇ ਦਰਸ਼ਨ ਕਰਾਂਗਾ ਕਿ ਤੁਸੀਂ ਰੱਬ ਰੂਪ ਹੋ, ਤਾਂ ਮੇਰੇ ਸੁਭਾਅ ਦੇ ਅੰਦਰ, ਮੇਰੇ ਬੋਲਾਂ ਦੇ ਅੰਦਰ, ਮੇਰੇ ਵਿਹਾਰ ਦੇ ਅੰਦਰ ਫਰਕ ਆਏਗਾ। ਜਦ ਮੈਂ ਇਹ ਕਹਾਂ ਕਿ ਸਭ ਮਹਿ ਜੋਤ ਜੋਤ ਹੈ ਸੋਏ, ਕਹਿ ਤਾਂ ਮੈਂ ਦਿੱਤਾ ਬੜੀ ਆਸਾਨੀ ਨਾਲ, ਪਰ ਜਦ ਮੈਂ ਇਹਦੇ ਤੇ ਅਮਲ ਕਰਾਂਗਾ ਤਾਂ ਫਿਰ ਮੈਨੂੰ ਤੁਹਾਡੇ ਨਾਲ ਰੱਬ ਵਰਗਾ ਪਿਆਰ ਔਰ ਤੁਹਾਡਾ ਰੱਬ ਵਰਗਾ ਸਤਿਕਾਰ ਵੀ ਕਰਨਾ ਪਵੇਗਾ। ਮੈਨੂੰ ਹੁਣ ਤੁਹਾਡੇ ਵਿੱਚ ਰੱਬ ਕਿਉਂ ਨਹੀਂ ਦਿਸਦਾ? ਕਿਉਂਕਿ ਮੈਂ ਵੇਖਣਾ ਨਹੀਂ ਚਾਹੁੰਦਾ। ਉਹਦਾ ਰੀਜ਼ਨ ਹੈ, ਉਸ ਦਾ ਰੀਜ਼ਨ ਇਹ ਹੈ ਕਿ ਜਦੋਂ ਮੈਂ ਤੁਹਾਡੇ ਵਿੱਚ ਰੱਬ ਨੂੰ ਵੇਖਣਾ ਤਾਂ ਮੇਰੀ ਈਗੋ ਸਾਹਮਣੇ ਆ ਜਾਂਦੀ ਹੈ। ਜਦੋਂ ਮੈਂ ਤੁਹਾਡੇ ਵਿੱਚ ਰੱਬ ਨੂੰ ਵੇਖਾਂਗਾ ਤਾਂ ਤੁਹਾਡਾ ਮਾਣ ਵੀ ਕਰਨਾ ਪਵੇਗਾ, ਸਤਿਕਾਰ ਵੀ ਕਰਨਾ ਪਵੇਗਾ, ਆਪਣੇ ਤੋਂ ਵੱਡਾ ਵੀ ਸਮਝਣਾ ਪਵੇਗਾ। ਪਰ ਮੇਰੀ ਈਗੋ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਦੂਜੇ ਨੂੰ ਆਪਣੇ ਤੋਂ ਵੱਡਾ ਕਿਉਂ ਸਮਝਾਂ। ਇਹੀ ਪ੍ਰੋਬਲਮ ਤੁਹਾਡੀ ਹੈ। ਤਾਂ ਸਾਡੀ ਈਗੋ ਹੀ ਇੱਕ ਦੂਜੇ ਦੇ ਅੰਦਰ ਰੱਬ ਨੂੰ ਨਹੀਂ ਵੇਖਣ ਦਿੰਦੀ। ਅਸੀਂ ਆਪਣੀ ਈਗੋ ਕਰਕੇ ਹੀ ਦੂਜੇ ਨੂੰ ਮਾਣ, ਆਦਰ, ਸਤਿਕਾਰ ਨਹੀਂ ਦਿੰਦੇ। ਇਸੇ ਕਰਕੇ ਸਾਨੂੰ ਇੱਕ ਦੂਜੇ ਦੇ ਅੰਦਰ ਰੱਬ ਦਿਸਦਾ ਨਹੀਂ। ਅਸੀਂ ਜਾਤਾਂ ਵੇਖਦੇ ਹਾਂ, ਇਲਾਕੇ ਵੇਖਦੇ ਹਾਂ। ਤਾਂ ਗੁਰੂ ਜੀ ਕਹਿੰਦੇ ਨੇ, ਪ੍ਰਭੂ ਨੇ ਆਪ ਹੀ ਆਪਣਾ ਆਪਾ ਪ੍ਰਗਟ ਕੀਤਾ ਹੈ। ਉਹ ਸਦਾ ਸਥਿਰ ਰਹਿਣ ਵਾਲਾ ਹੈ, ਅਲੱਖ ਹੈ ਔਰ ਪਾਰ ਤੋਂ ਪਰੇ ਹੈ, ਉਹਦਾ ਪਾਰ ਨਹੀਂ ਪਾਇਆ ਜਾਂਦਾ। ਦੋਏ ਪੁੜ ਜੋੜ ਵਿਛੋੜਿਅਨ, ਗੁਰਬਿਨ ਘੋਰ ਅੰਧਾਰੋ। ਦੋਏ ਪੁੜ ਦਾ ਮਤਲਬ ਦੋਵੇਂ ਪੁੜ, ਧਰਤੀ ਔਰ ਆਕਾਸ਼, ਹੇਠਲਾ ਹਿੱਸਾ, ਉਤਲਾ ਹਿੱਸਾ। ਜਦੋਂ ਅਸੀਂ ਉਤਾਂ ਨੂੰ ਦੇਖਦੇ ਹਾਂ ਤਾਂ ਸਾਨੂੰ ਆਕਾਸ਼ ਮੰਡਲ ਨਜ਼ਰੀ ਪੈਂਦਾ ਹੈ, ਜਿਸ ਵਿੱਚ ਚੰਦਰਮਾ ਹੈ, ਸੂਰਜ ਹੈ, ਗ੍ਰਹਿ ਨਕਸ਼ਤਰ, ਤਾਰੇ ਸਿਆਰੇ, ਸਿਤਾਰੇ, ਅਨੰਤ ਆਕਾਸ਼ ਗੰਗਾਵਾਂ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭੂ ਨੇ ਧਰਤੀ ਔਰ ਆਕਾਸ਼ ਜੋੜ ਕੇ, ਭਾਵ ਜਗਤ ਰਚਨਾ ਕਰਕੇ ਤੇ ਵਿਛੋੜਨ ਦਾ ਮਤਲਬ ਵਿਛੋੜ ਦਿੱਤਾ ਹੈ। ਇਹ ਧਰਤੀ ਔਰ ਆਕਾਸ਼ ਸਾਨੂੰ ਅਲੱਗ-ਅਲੱਗ ਨਜ਼ਰੀ ਪੈ ਰਹੇ। ਪਹਿਲੀ ਗੱਲ। ਦੂਜਾ ਅਰਥ ਭਾਵ ਜੋ ਵਿਦਵਾਨ ਪੁਰਸ਼ਾਂ ਨੇ ਕੀਤਾ ਹੈ ਕਿ ਦੋਏ ਪੁੜ ਜੋੜ ਵਿਛੋੜਨ, ਧਰਤੀ ਔਰ ਆਕਾਸ਼ ਪੈਦਾ ਕਰਕੇ ਉਸ ਦੇ ਅੰਦਰ ਜੀਵ ਜੰਤ ਪੈਦਾ ਕੀਤੇ ਨੇ। ਤੇ ਵਿਛੋੜਨ ਦਾ ਮਤਲਬ ਉਹ ਵਿਛੜੇ ਹੋਏ ਨੇ, ਪ੍ਰਭੂ ਦੇ ਨਾਲੋਂ ਵਿਛੜੇ ਹੋਏ ਨੇ। ਜਾਂ ਦੋਏ ਪੁੜ ਰਚ ਕੇ ਜੋੜ ਵਿਛੋੜਨ ਦਾ ਮਤਲਬ ਜੋੜ ਕੇ ਵਿਛੋੜੇ ਨੇ, ਭਾਵ ਕਿ ਜਨਮ ਔਰ ਮਰਨ ਹੈ। ਇਸ ਸੰਸਾਰ ਵਿੱਚ ਜੀਵ ਆਉਂਦੇ ਨੇ ਔਰ ਚਲੇ ਜਾਂਦੇ ਨੇ, ਯਾਨੀ ਇਹ ਜਨਮ ਔਰ ਮਰਨ, ਇਹ ਸੰਜੋਗ ਔਰ ਵਿਜੋਗ, ਇਹ ਸੰਸਾਰ ਨੂੰ ਚਲਾ ਰਹੇ ਹਨ। ਤੇ ਜੇ ਸੰਜੋਗ ਔਰ ਵਿਜੋਗ ਨਾ ਹੋਵੇ ਤਾਂ ਇਹ ਦੁਨੀਆ ਭਾਈ ਚੱਲ ਨਹੀਂ ਸਕਦੀ। ਇਸ ਦੁਨੀਆ ਵਿੱਚ ਕੇਵਲ ਜਨਮ ਹੀ ਹੋਵੇ, ਮੌਤ ਨਾ ਹੋਵੇ, ਤਾਂ ਇੱਥੇ ਕੁਰਬਲ ਹੋ ਜਾਏਗੀ, ਸਾਹ ਲੈਣ ਲਈ ਵੀ ਜਗ੍ਹਾ ਨਹੀਂ ਬਚੇਗੀ। ਤੇ ਜੇ ਕੇਵਲ ਇਸ ਦੁਨੀਆ 'ਚ ਲੋਕ ਮਰਦੇ ਹੀ ਜਾਣ, ਨਵੇਂ ਜਨਮ ਨਾ ਲੈਣ, ਤਾਂ ਦੁਨੀਆ ਖਤਮ ਹੋ ਜਾਏਗੀ। ਇਸ ਲਈ ਇੱਥੇ ਜਨਮ ਔਰ ਮਰਨ ਹੈ। ਤੇ ਗੁਰੂ ਜੀ ਕਹਿੰਦੇ ਨੇ, ਗੁਰਬਿਨ ਘੋਰ ਅੰਧਾਰੋ, ਗੁਰੂ ਤੋਂ ਬਿਨਾ ਆਤਮਿਕ ਜੀਵਨ ਦੇ ਅੰਦਰ ਘੁੱਪ ਹਨੇਰਾ ਬਣਿਆ ਰਹਿੰਦਾ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਤੋਂ ਬਿਨਾ ਜ਼ਿੰਦਗੀ ਦੇ ਅੰਦਰ ਹਨੇਰਾ ਰਹਿੰਦਾ ਹੈ ਔਰ ਬੰਦਾ ਅਗਿਆਨਤਾ ਭਰੇ ਕਰਮ ਕਰਦਾ ਰਹਿੰਦਾ ਹੈ। ਔਰ ਇਹ ਹਕੀਕਤ ਹੈ, ਮਨੋਵਿਗਿਆਨਿਕ ਤੱਥ ਹੈ। ਜਦੋਂ ਅਸੀਂ ਆਮ ਮਨੁੱਖ ਦੀ ਜ਼ਿੰਦਗੀ ਵੱਲ ਵੇਖਦੇ ਹਾਂ ਜਾਂ ਆਪਣੇ ਜੀਵਨ ਵੱਲ ਨਿਸ਼ਪਕਸ਼ ਭਾਵ ਨਾਲ ਵੇਖਦੇ ਹਾਂ, ਇਮਾਨਦਾਰੀ ਦੇ ਨਾਲ,
ਤਾਂ ਕਿਵੇਂ ਅਸੀਂ ਕਈ ਵਾਰ ਕਿਸੇ ਦੇ ਨਾਲ ਐਵੇਂ ਹੀ ਈਰਖਾ ਕਰ ਰਹੇ ਹੁੰਦੇ ਹਾਂ, ਕਿਸੇ ਦੇ ਵਿਰੋਧ ਵਿੱਚ ਬੋਲ ਰਹੇ ਹਾਂ, ਝੂਠ ਬੋਲ ਰਹੇ ਹਾਂ, ਕਰੈਕਟਰ ਤੋਂ ਹੀਣੇ ਹੋ ਜਾਂਦੇ ਹਾਂ, ਤਾਂ ਇਹ ਸਾਰੇ ਅਗਿਆਨਤਾ ਭਰੇ ਕਰਮ ਹੀ ਤੇ ਹੈ ਨੇ। ਇੱਕ ਮਨੁੱਖ ਦੁੱਧ ਦੇ ਅੰਦਰ ਪਾਣੀ ਪਾ ਰਿਹਾ ਹੈ ਤੇ ਦੂਜਾ ਫਰੂਟ ਅੰਦਰ ਇੰਜੈਕਸ਼ਨ ਲਗਾ ਰਿਹਾ ਹੈ ਤੇ ਤੀਜਾ ਡੁਪਲੀਕੇਟ ਦਵਾਈਆਂ ਵੇਚ ਰਿਹਾ ਹੈ, ਚੌਥਾ ਰਿਸ਼ਵਤ ਲੈ ਰਿਹਾ ਹੈ ਤੇ ਪੰਜਵਾਂ ਪੁਲਾਂ ਦਾ ਰੇਤਾ ਸੀਮੈਂਟ ਖਾਈ ਜਾਂਦਾ ਹੈ। ਇਹ ਸਾਰੇ ਅਗਿਆਨਤਾ ਭਰੇ ਕਰਮ ਹੀ ਤੇ ਹੈ ਨੇ। ਜਾਤੀਵਾਦ, ਮੇਰ ਤੇਰ, ਤਾਂ ਗੁਰੂ ਦੀ ਬਾਣੀ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਜੀਵਨ ਦੇ ਅੰਦਰ ਘੁੱਪ ਹਨੇਰਾ ਬਣਿਆ ਰਹਿੰਦਾ ਹੈ। ਔਰ ਆਮ ਜੋ ਮਨੁੱਖ ਹੈ, ਮਨੁੱਖਾਂ ਦੀ ਬਹੁ ਗਿਣਤੀ ਅਗਿਆਨਤਾ ਭਰੇ ਕਰਮ ਕਰਦੀ ਰਹਿੰਦੀ ਹੈ। ਸੂਰਜ ਚੰਦ ਸਿਰਜਨ ਅਹਨਿਸ ਚਲਤ ਵਿਚਾਰੋ। प्रभु ने सूरज और चंद्रमा आदिक सिरजे ने। अहनिस का मतलब दिन और रात। चलत विचारों के अर्थ जो ने विद्वान पुरुषों ने दो तरह कीते ने कि सूरज और चंद्रमा चलते रहते ने, चंद्रमा रात नूं चलदा है, सूरज दिने चलदा है। विचारों का मतलब इनू वेख लो, विचार के पहला अर्थ ये कीता है। दूजा अर्थ चलत का कीता है तमाशा, खेल, कि प्रभु ने सूरज और चंद्रमा दिन और रात आदिक सिरजे ने ਤੇ ਇਹ ਸੰਸਾਰ, ਇਹ ਜੀਵਨ ਇੱਕ ਖੇਲ ਬਣਾਇਆ। ਜੇ ਅਸੀਂ ਇਸ ਚੀਜ਼ ਨੂੰ ਸਮਝੀਏ, ਵਿਚਾਰੋ ਦਾ ਮਤਲਬ ਵਿਚਾਰੋ ਕਿ ਇਹ ਦੁਨੀਆ, ਇਹ ਜੀਵਨ ਇੱਕ ਖੇਲ ਹੈ। ਜੇ ਅਸੀਂ ਖੇਲ ਸਮਝ ਕੇ ਜ਼ਿੰਦਗੀ ਜੀਵੀਏ ਤਾਂ ਹਕੀਕਤ ਹੈ ਕਿ ਸਾਡੀ ਜ਼ਿੰਦਗੀ ਬਹੁਤ ਸੁਹਾਵਣੀ ਹੋ ਸਕਦੀ ਹੈ। ਅਸੀਂ ਕੰਮਕਾਰ ਕਰਾਂਗੇ, ਗ੍ਰਸਤੀ ਵਾਲੀ ਜ਼ਿੰਦਗੀ ਜੀਵਾਂਗੇ, ਜੌਬ ਕਰਾਂਗੇ, ਵਪਾਰ ਕਰਾਂਗੇ, ਜੋ ਵੀ ਕੋਈ ਕੰਮ ਕਰ ਰਿਹਾ ਹੈ ਕੰਮ ਉਸੇ ਤਰ੍ਹਾਂ ਹੀ ਕਰੇਗਾ, ਲੇਕਿਨ ਉਹਦੇ ਕੰਮ ਦੇ ਅੰਦਰ ਥਕਾਵਟ ਨਹੀਂ ਹੋਏਗੀ, ਕੰਮ ਦੇ ਅੰਦਰ ਦੁੱਖ ਨਹੀਂ ਹੋਏਗਾ, ਕੰਮ ਦੇ ਅੰਦਰ ਖੁਸ਼ੀ ਹੋਏਗੀ ਜੇ ਇਹਨੂੰ ਖੇਲ ਸਮਝ ਕੇ ਖੇਲਾਂਗੇ। ਕਿਉਂਕਿ ਖੇਲ ਦੇ ਅੰਦਰ ਕੀ ਹੈ, ਦੇਖੋ ਖੇਲ ਜੋ ਫਿਲਮਾਂ ਨੇ, ਡਰਾਮੇ ਨੇ, ਨਾਟਕ ਨੇ ਜਾਂ ਆਮ ਖੇਲ ਨੇ, ਕ੍ਰਿਕਟ ਹੈ, ਵਾਲੀਬਾਲ ਹੈ ਜਾਂ ਦੂਜੇ ਖੇਲ ਨੇ, ਇਹਨਾਂ ਦੇ ਅੰਦਰ ਖੇਲ ਖੇਲਦੇ ਨੇ ਸਾਰੇ, ਜਿੱਤ ਹਾਰ ਦੀ ਭਾਵਨਾ ਦੇ ਨਾਲ ਖੇਲਦੇ ਨੇ, ਟੀਮ ਵਰਕ ਦੇ ਹਿਸਾਬ ਦੇ ਨਾਲ ਖੇਲਦੇ ਨੇ, ਪਰ ਵੈਰ ਭਾਵ ਨਹੀਂ ਹੁੰਦਾ ਔਰ ਬੜੀ ਸ਼ਿੱਦਤ ਦੇ ਨਾਲ ਖੇਲਦੇ ਨੇ। ਤੇ ਯਾਦ ਰੱਖਣਾ, ਕਈ ਵਾਰੀ ਮੈਚ ਹੁੰਦਾ ਹੈ, 4, 5, 6 ਟੀਮਾਂ ਨੇ, ਉਹਨਾਂ ਟੀਮਾਂ ਦੇ ਵਿੱਚੋਂ ਜਿੱਤਦੀ ਇੱਕ ਟੀਮ ਹੈ, ਪਰ ਕਈ ਵਾਰ ਪਹਿਲੇ ਮੈਚ ਦੇ ਅੰਦਰ ਹੀ ਕੋਈ ਟੀਮ ਹਾਰ ਜਾਂਦੀ ਹੈ, ਪਰ ਉਸ ਹਾਰੀ ਹੋਈ ਟੀਮ ਦੇ ਕਿਸੇ ਖਿਲਾੜੀ ਨੂੰ ਮੈਨ ਆਫ ਦਾ ਮੈਚ ਇਨਾਮ ਮਿਲ ਜਾਂਦਾ ਹੈ। ਨਾ ਹੈਰਾਨਗੀ ਵਾਲੀ ਗੱਲ, ਟੀਮ ਹਾਰ ਗਈ ਲੇਕਿਨ ਹਾਰੀ ਹੋਈ ਟੀਮ ਦੇ ਬੰਦੇ ਨੂੰ ਮੈਨ ਆਫ ਦਾ ਮੈਚ ਮਿਲ ਗਿਆ। ਕਿਉਂ? ਉਹਦਾ ਰੀਜ਼ਨ ਕੀ ਹੈ? ਕਿਉਂਕਿ ਜੋ ਉਹਨੂੰ ਰੋਲ ਮਿਲਿਆ ਸੀ, ਉਹਨੇ ਆਪਣੇ ਉਸ ਰੋਲ ਨੂੰ, ਉਹਨੇ ਆਪਣੇ ਮਿਲੇ ਹੋਏ ਪਾਰਟ ਨੂੰ, ਜ਼ਿੰਮੇਵਾਰੀ ਨੂੰ ਬੜੀ ਸ਼ਿੱਦਤ ਦੇ ਨਾਲ, ਇਮਾਨਦਾਰੀ ਦੇ ਨਾਲ ਨਿਭਾਇਆ। ਖੇਲ ਦੇ ਅੰਦਰ ਜੋ ਆਪਣੇ ਮਿਲੇ ਹੋਏ ਪਾਰਟ ਨੂੰ ਜਾਂ ਰੋਲ ਨੂੰ ਇਮਾਨਦਾਰੀ ਦੇ ਨਾਲ ਨਿਭਾ ਜਾਂਦਾ ਹੈ, ਉਹਨੂੰ ਖੁਸ਼ੀ ਵੀ ਮਿਲਦੀ ਹੈ, ਉਹਨੂੰ ਜਿੱਤ ਵੀ ਮਿਲਦੀ ਹੈ। ਤੇ ਜੇ ਇਸ ਜ਼ਿੰਦਗੀ ਨੂੰ ਅਸੀਂ ਖੇਲ ਬਣਾ ਕੇ ਖੇਲੀਏ, ਇਹਦੇ ਵਿੱਚ ਸਾਨੂੰ ਰੋਲ ਮਿਲੇ ਨੇ, ਜਿਵੇਂ ਮੰਨ ਲਓ ਹੁਣ ਮੈਂ ਹਾਂ, ਤਾਂ ਮੈਂ ਇਕੱਲਾ ਮੋਹਰ ਸਿੰਘ ਨਹੀਂ ਹਾਂ, ਮੈਂ ਆਪਣੇ ਪਿਤਾ ਦਾ, ਮਾਤਾ ਦਾ ਬੇਟਾ ਹਾਂ, ਆਪਣੇ ਬੱਚਿਆਂ ਦਾ ਪਿਤਾ ਹਾਂ, ਕਿਸੇ ਦਾ ਮੈਂ ਚਾਚਾ ਹਾਂ, ਕਿਸੇ ਦਾ ਮੈਂ ਭਤੀਜਾ ਹਾਂ, ਕਿਸੇ ਦਾ ਜੀਜਾ ਹਾਂ ਤੇ ਕਿਸੇ ਦਾ ਮੈਂ ਸਾਲਾ ਹਾਂ। ਭਾਵ ਕਿ ਮੇਰੇ ਰਿਸ਼ਤੇ ਨੇ ਨਾ, ਕਿਸ ਦਾ ਮੈਂ ਦਾਦਾ ਹਾਂ ਤੇ ਕਿਸ ਦਾ ਪੋਤਾ ਹਾਂ, ਕਿਸ ਦਾ ਮੈਂ ਦੋਸਤ ਹਾਂ, ਰਿਸ਼ਤੇ ਨੇ, ਇਹ ਮੈਨੂੰ ਰੋਲ ਮਿਲੇ ਨੇ। ਤੇ ਜੇ ਮੈਂ ਇਹਨਾਂ ਫਰਜ਼ਾਂ ਨੂੰ ਇਮਾਨਦਾਰੀ ਦੇ ਨਾਲ ਨਿਭਾਵਾਂ, ਸੱਚ ਨੂੰ ਵੇਸ ਬਣਾ ਕੇ, ਤਾਂ ਮੇਰੀ ਜ਼ਿੰਦਗੀ ਦੇ ਅੰਦਰ ਸਿਵਾਏ ਖੁਸ਼ੀਆਂ ਤੋਂ ਕੁਝ ਨਹੀਂ ਬਚੇਗਾ, ਖੁਸ਼ੀਆਂ ਹੀ ਖੁਸ਼ੀਆਂ। ਮੈਨੂੰ ਜੇਤੂ ਕਰਾਰ ਦਿੱਤਾ ਜਾਏਗਾ, ਮੈਨੂੰ ਮਾਣ ਮਿਲੇਗਾ, ਕਿਉਂਕਿ ਮੈਂ ਆਪਣੇ ਸਾਰੇ ਫਰਜ਼ਾਂ ਨੂੰ, ਸੱਚ ਨੂੰ ਆਧਾਰ ਬਣਾ ਕੇ ਜੀਵਨ ਦੀ ਖੇਲ ਨੂੰ ਖੇਲਿਆ। ਤੇ ਯਾਦ ਰੱਖਣਾ, ਇਹ ਫਰਜ਼ ਕੇਵਲ ਰਿਸ਼ਤਿਆਂ ਤੱਕ ਸੀਮਤ ਨਹੀਂ ਹਨ। ਇਹ ਜੋ ਫਰਜ਼ ਨੇ ਪੂਰੀ ਦੁਨੀਆ ਵਾਸਤੇ ਨੇ, ਜਿੰਨੇ ਹਵਾ ਹੈ, ਪਾਣੀ ਹੈ, ਧਰਤੀ ਹੈ, ਆਕਾਸ਼ ਹੈ, ਜਿੱਡਾ ਵੱਡਾ ਯੂਨੀਵਰਸ ਹੈ, ਉਹਨਾਂ ਵਾਸਤੇ ਸਾਡੇ ਸਾਰਿਆਂ ਦੇ ਫਰਜ਼ ਨੇ। ਤੇ ਜੇ ਇਹ ਖੇਲ ਸਮਝ ਕੇ ਖੇਲਿਆ ਜਾਏ, ਹਰ ਇਨਸਾਨ ਆਪਣੇ ਫਰਜ਼ਾਂ ਨੂੰ, ਸੱਚ ਨੂੰ ਆਧਾਰ ਬਣਾ ਕੇ ਨਿਭਾਏ, ਤਾਂ ਇਹ ਜ਼ਿੰਦਗੀ ਸਫਲ ਹੋ ਸਕਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਵਿਚਾਰ ਕੇ ਵੇਖੋ, प्रभु ने सूरज और चंद्रमा सिरजे ने, दिन और रात सिरजे ने,
ਤੇ ਇਸ ਜਗਤ ਨੂੰ, ਇਸ ਜੀਵਨ ਨੂੰ ਇੱਕ ਖੇਲ ਬਣਾਇਆ ਹੈ। ਇਹਨੂੰ ਵਿਚਾਰ ਕੇ ਵੇਖੋ। ਸਚੜਾ ਸਾਹਿਬ ਸੱਚ ਤੂੰ, ਸਚੜਾ ਦੇਹ ਪਿਆਰੋ। ਇਹਨੂੰ ਦੇਹ ਨਹੀਂ ਪੜਨਾ, ਦੇਹ। ਦੇਹ ਦਾ ਮਤਲਬ ਦੇਂਦਾ ਹੈ। ਸਚੜਾ ਦਾ ਮਤਲਬ ਸਦਾ। ਤੂੰ ਸਦਾ ਹੀ ਫਿਰ ਰਹਿਣ ਵਾਲਾ ਮਾਲਕ ਹੈ। ਸਾਹਿਬ ਦਾ ਮਤਲਬ ਮਾਲਕ ਹੈ ਔਰ ਸੱਚਾ ਹੈ। ਸਚੜਾ ਦੇਹ ਪਿਆਰੋ, ਤੂੰ ਸਭ ਜੀਵਾਂ ਨੂੰ ਸਦਾ ਸੱਚੇ ਪਿਆਰ ਦੀ ਦਾਤ ਦਿੰਦਾ ਹੈ। ਦੇਖੋ ਇਹ ਗੱਲ ਸਮਝਣ ਵਾਲੀ। ਪ੍ਰਭੂ ਸੱਚਾ ਮਾਲਕ ਹੈ, ਸੱਚਾ ਹੈ, ਸਦਾ ਫਿਰ ਰਹਿਣ ਵਾਲਾ ਹੈ ਔਰ ਮਾਲਕ ਹੈ। ਅਸੀਂ ਉਹਦੇ ਦਾਸ ਹਾਂ ਤੇ ਉਹ ਮਾਲਕ ਸਾਨੂੰ ਸੱਚਾ ਪਿਆਰ ਬਖਸ਼ਦਾ ਹੈ। ਇਹਦਾ ਮਤਲਬ ਰੱਬ ਦੇ ਨਾਲ ਜੋ ਸਾਡਾ ਨਾਤਾ ਹੈ। ਦਾਸ ਕਹਿਣਾ ਬਹੁਤ ਸੌਖਾ ਹੈ, ਪਰ ਦਾਸ ਹੋਣਾ ਥੋੜਾ ਜਿਹਾ ਔਖਾ ਹੈ। ਜੇ ਦਾਸ ਨੂੰ ਸਮਝ ਲਿਆ ਜਾਏ ਤਾਂ ਫਿਰ ਬਹੁਤ ਵੱਡੀ ਦਾਤ ਮਿਲ ਸਕਦੀ ਹੈ। ਦਾਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ, ਮਰਜ਼ੀ ਕੇਵਲ ਮਾਲਕ ਦੀ ਹੁੰਦੀ। ਦਾਸ ਨੇ ਸਿਰਫ ਹੁਕਮ ਮੰਨਣਾ ਹੁੰਦਾ ਹੈ। ਕਈ ਵਾਰ ਐਸਾ ਹੋ ਸਕਦਾ ਹੈ ਕਿ ਮਾਲਕ ਝੂਠਾ ਹੋਵੇ, ਮਾਲਕ ਲਾਲਚੀ ਹੋਵੇ, ਉਹ ਗਲਤ ਆਦੇਸ਼ ਦੇ ਸਕਦਾ ਹੈ, ਪਰ ਇੱਥੇ ਤਾਂ ਮਾਲਕ ਸੱਚਾ ਹੈ, ਭੁੱਲਣਹਾਰ ਨਹੀਂ, ਅਭੁੱਲ ਮਾਲਕ ਹੈ, ਸੱਚਾ ਹੈ, ਸੱਚਾ ਪਿਆਰ ਦੇਣ ਵਾਲਾ ਹੈ। ਇਸ ਲਈ ਅਸੀਂ ਉਹਦੇ ਦਾਸ ਬਣ ਕੇ ਰਹਿਣਾ, ਰੱਬ ਦੀ ਰਜ਼ਾ ਵਿੱਚ ਰਹਿਣਾ। ਸਾਡੀ ਆਪਣੀ ਕੋਈ ਮਰਜ਼ੀ ਨਹੀਂ, ਨਾ ਮਰਜ਼ੀ ਚੱਲ ਸਕਦੀ ਹੈ। ਹੁਕਮ ਤੋਂ ਬਾਹਰ, ਸਿਸਟਮ ਤੋਂ ਬਾਹਰ ਕੁਝ ਨਹੀਂ ਕੀਤਾ ਜਾ ਸਕਦਾ। हे ਪ੍ਰਭੂ, ਤੂੰ ਸਦਾ ਫਿਰ ਰਹਿਣ ਵਾਲਾ ਹੈ। ਤੇਰਾ ਇਹ ਸੰਸਾਰ ਦਾ ਸਿਲਸਿਲਾ ਸੱਚਾ ਹੈ, ਇਹਦੇ ਅੰਦਰ ਕੋਈ ਉਕਾਈ ਨਹੀਂ ਹੈ ਔਰ ਤੂੰ ਜੀਵਾਂ ਨੂੰ ਸੱਚਾ ਪਿਆਰ ਬਖਸ਼ਦਾ ਹੈ। ਤੇ ਹਕੀਕਤ ਹੈ, ਦੇਖੋ ਰੱਬ ਤਾਂ ਸਾਰਿਆਂ ਨੂੰ ਪਿਆਰ ਦੇ ਰਿਹਾ ਨਾ। ਇਹ ਨਹੀਂ ਕਿ ਉਹ ਕਿਸੇ ਨੂੰ ਆਕਸੀਜਨ ਦੇ ਰਿਹਾ ਤੇ ਦੂਜੇ ਨੂੰ ਨਹੀਂ ਦੇ ਰਿਹਾ। ਇੱਕ ਨੂੰ ਉਹ ਚੰਦਰਮਾ, ਸੂਰਜ ਦਾ ਚਾਨਣ ਦਿੰਦਾ ਤੇ ਦੂਜੇ ਨੂੰ ਨਹੀਂ ਦਿੰਦਾ, ਐਸਾ ਤੇ ਨਹੀਂ ਹੈ। ਉਹਨੇ ਤਾਂ ਸਾਰੇ ਜਗਤ ਨੂੰ ਇੱਕੋ ਜੈਸੀ ਚੀਜ਼, ਸਾਰਾ ਸਿਸਟਮ ਬਖਸ਼ਿਸ਼ ਕੀਤਾ ਹੈ। ਦੂਜੀ ਗੱਲ, ਪਿਆਰ ਸਾਡੇ ਸਾਰਿਆਂ ਦੇ ਅੰਦਰ ਉਹਨੇ ਪਾਇਆ ਹੈ, ਮੇਰੇ ਅੰਦਰ ਵੀ, ਤੁਹਾਡੇ ਅੰਦਰ ਵੀ। ਸਾਰਿਆਂ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਨਿਰਭੈਤਾ, ਨਿਰਵੈਰਤਾ, ਇਹ ਸਾਰੇ ਗੁਣਾਂ ਦੇ ਨਾਲ ਪਰਿਪੂਰਨ ਕੀਤਾ ਹੈ। ਇਹ ਗੱਲ ਵੱਖਰੀ ਹੈ ਕਿ ਅਸੀਂ ਉਸ ਪਿਆਰ ਨੂੰ ਨਹੀਂ, ਅਸੀਂ ਈਰਖਾ ਕਰਦੇ ਹਾਂ ਇੱਕ ਦੂਜੇ ਨਾਲ, ਵੈਰ ਕਮਾਉਂਦੇ ਹਾਂ। ਸਾਡੇ ਅੰਦਰ ਨਿਮਰਤਾ ਹੈ, ਇਹ ਗੱਲ ਵੱਖਰੀ ਹੈ ਕਿ ਅਸੀਂ ਹੰਕਾਰ ਵਿੱਚ ਤੁਰੇ ਫਿਰਦੇ ਹਾਂ। ਇਹ ਪ੍ਰਭੂ ਤੂੰ ਸਾਰੇ ਜੀਵਾਂ ਨੂੰ ਸੱਚਾ ਪਿਆਰ ਬਖਸ਼ਣਾ। ਤਾਂ ਦੇਖੋ, ਜੇ ਅਸੀਂ ਇਸ ਚੀਜ਼ ਨੂੰ ਸਮਝ ਕੇ ਜ਼ਿੰਦਗੀ ਜੀਵੀਏ ਤਾਂ ਇਸ ਦੁਨੀਆ ਚੋਂ ਵੈਰ ਵਿਰੋਧ ਮਿਟ ਸਕਦੇ ਨੇ, ਮੇਲ ਤੇਰ ਦੇ ਵਿਤਕਰੇ ਖਤਮ ਹੋ ਸਕਦੇ ਨੇ। ਸਾਡੀ ਪਰਸਨਲ ਲਾਈਫ ਵਿੱਚ, ਫੈਮਿਲੀ ਲਾਈਫ ਵਿੱਚ, ਸੋਸ਼ਲ ਲਾਈਫ ਦੇ ਅੰਦਰ ਪਿਆਰ ਦੇ ਦਰਿਆ, ਪਿਆਰ ਦੇ ਵਹਿਣ ਵਹਿ ਸਕਦੇ ਨੇ, ਕਿਉਂਕਿ ਰੱਬ ਨੇ ਸਾਨੂੰ ਸੱਚਾ ਪਿਆਰ ਦਿੱਤਾ ਹੈ। ਅਗਲਾ ਵਚਨ ਕਰਦੇ ਨੇ, ਤੁਧ ਸਿਰਜੀ ਮੇਦਨੀ ਦੁੱਖ ਸੁੱਖ ਦੇਵਨ ਹਾਰੋ। ਇਹ ਮਾਲਕ, ਮੇਦਨੀ ਦਾ ਮਤਲਬ ਧਰਤੀ ਯਾਨੀ ਸ੍ਰਿਸ਼ਟੀ, ਸਿਰਜੀ ਦਾ ਮਤਲਬ ਪੈਦਾ ਕੀਤੀ ਹੈ। हे ਪ੍ਰਭੂ, ਤੂੰ ਸ੍ਰਿਸ਼ਟੀ ਪੈਦਾ ਕੀਤੀ ਹੈ ਔਰ ਆਪਣੇ ਹੁਕਮ ਦੇ ਅੰਦਰ ਸੁੱਖ ਔਰ ਦੁੱਖ ਦੇਣ ਵਾਲਾ ਵੀ ਤੂੰ ਹੀ ਹੈ। ਸੁੱਖ ਔਰ ਦੁੱਖ ਵੀ ਤੇਰੇ ਹੁਕਮ ਦੇ ਅੰਦਰ ਹੈ। ਤੇ ਯਾਦ ਰੱਖਣਾ, ਰੱਬ ਕਿਸੇ ਨੂੰ ਦੁੱਖ ਨਹੀਂ ਦਿੰਦਾ। ਰੱਬ ਨੇ ਹਰ ਸੁੱਖ ਪੈਦਾ ਕੀਤਾ ਹੈ। ਸੂਰਜ ਹੈ, ਚੰਦਰਮਾ ਹੈ, ਧਰਤੀ ਹੈ, ਪੌਣ ਪਾਣੀ, ਬੈਸੰਤਰ, ਇਹ ਦੁੱਖ ਵਾਸਤੇ ਪੈਦਾ ਨਹੀਂ ਕੀਤੇ। ਜਿੰਨੇ ਵੀ ਆ ਫੁੱਲ ਨੇ, ਫਲ ਨੇ, ਅਨਾਜ ਹੈ, ਇਹ ਰੱਬ ਨੇ ਦੁੱਖ ਦੇਣ ਵਾਸਤੇ ਪੈਦਾ ਨਹੀਂ ਕੀਤਾ। ਸਾਡੀਆਂ ਧੀਆਂ, ਪੁੱਤਰ, ਭੈਣ, ਭਰਾ, ਜ਼ਮੀਨ ਜਾਇਦਾਦ ਤੇ ਦੁੱਖ ਵਾਸਤੇ ਨਹੀਂ ਹਨ। ਇਹਨਾਂ ਦੀ ਵਰਤੋਂ ਅਸੀਂ ਕਿਵੇਂ ਕਰਾਂਗੇ, ਉਹਦੇ ਵਿੱਚੋਂ ਸਾਨੂੰ ਸੁੱਖ ਔਰ ਦੁੱਖ ਮਿਲੇਗਾ। ਇਹ ਜ਼ਬਾਨ ਮੈਨੂੰ ਰੱਬ ਨੇ ਦਿੱਤੀ ਹੈ ਨਾ, ਜੇ ਮੈਂ ਇਹਦੇ ਨਾਲ ਪਿਆਰ ਭਰੇ ਪੋਜ਼ਿਟਿਵ ਬੋਲ ਬੋਲਾਂ ਤਾਂ ਇਹਦੇ ਵਿੱਚੋਂ ਸੁੱਖ ਪੈਦਾ ਹੋਏਗਾ। ਤੇ ਜੇ ਮੈਂ ਇਹੀ ਜ਼ਬਾਨ ਦੇ ਵਿੱਚੋਂ ਗਲਤ ਸ਼ਬਦਾਵਲੀ ਬੋਲਾਂ ਤਾਂ ਇਹ ਜ਼ਬਾਨ ਮੇਰੇ ਵਾਸਤੇ ਦੁਖਦਾਈ ਹੋ ਜਾਏ। ਅੱਖਾਂ ਦੇ ਨਾਲ ਮੈਂ ਸੰਸਾਰ ਨੂੰ ਪਿਆਰ ਦੇ ਨਾਲ ਵੇਖਣਾ ਤਾਂ ਮੈਨੂੰ ਸੁੱਖ ਮਿਲੇਗਾ, ਪਰ ਜੇ ਮੇਰੀਆਂ ਅੱਖਾਂ ਵਿੱਚ ਦੂਈ ਦੁਐਤ ਤਾਂ ਦੁੱਖ ਮਿਲੇਗਾ। ਤਾਂ ਸੁੱਖ ਔਰ ਦੁੱਖ ਹੁਕਮ ਦੇ ਅੰਦਰ ਨੇ। ਇਹ ਹੁਣ ਮੈਂ ਸੋਚਣਾ ਹੈ
कि मैं संसार तो सुख पाना चाहना ਜਾਂ ਦੁੱਖ ਪਾਣਾ ਚਾਹਨਾ। हे प्रभु सिस्टम ਦੇ ਅੰਦਰ ਤੂੰ ਹੀ ਜੀਵਾਂ ਨੂੰ ਸੁੱਖ ਦੁੱਖ ਦੇਣ ਵਾਲਾ ਹੈ। ਹੋਰ ਕੋਈ ਇਸ ਦੁਨੀਆ ਦੇ ਵਿੱਚ ਸੁੱਖ ਔਰ ਦੁੱਖ ਦੇਣ ਦੀ ਸਮਰੱਥਾ ਨਹੀਂ ਰੱਖਦਾ ਹੁਕਮ ਤੋਂ ਬਾਹਰ। ਨਾਰੀ ਪੁਰਖ ਸਿਰਜੈ ਬਿਖ ਮਾਇਆ ਮੋਹ ਪਿਆਰ। हे मालिक तू इस्त्रियां और मर्द पैदा कीते। देखो रब ने सिर्फ इस्त्री और पुरुष पैदा किया ते इस्त्री और पुरुष किवें दी जिंदगी जी रहे ने बिख माया मोह प्यारो। इन्हां ने अपनी जिंदगी अंदर माया दा जहर दा प्यार पैदा कर लिया। जदों कि पहली पंक्ति विच गुरु जी कहंदे ने सचड़ा देह प्यारो तू सच्चा प्यार बख्शना। पर इन्हां जीवां ने अपने अंदर माया दा जहर दा प्यार, जिवें मैं रोज ये बेनती कर रहा कि ਜਿਹੜੀ ਚੀਜ਼ ਖਾਣ ਦੇ ਨਾਲ ਸਾਡੀ ਸਰੀਰਕ ਮੌਤ ਹੋ ਜਾਏ ਉਹਨੂੰ ਕਹਿੰਦੇ ਨੇ ਜ਼ਹਿਰ। ਜਿਹਦੇ ਖਾਣ ਨਾਲ ਸਰੀਰ ਮਰੇ ਉਹ ਜ਼ਹਿਰ। ਤੇ ਜਿਹੜੀ ਚੀਜ਼ ਦੀ ਵਰਤੋਂ ਕੀਤਿਆਂ ਜ਼ਮੀਰ ਮਰ ਜਾਏ ਉਹ ਵੀ ਜ਼ਹਿਰ। ਇਨਸਾਨੀਅਤ ਮਰ ਜਾਏ ਉਹ ਜ਼ਹਿਰ। ਇਨਸਾਨੀਅਤ ਮਰ ਜਾਏ ਆਤਮਕ ਮੌਤ ਹੋ ਜਾਏ ਉਹ ਜ਼ਹਿਰ। ਤਾਂ ਜਦੋਂ ਅਸੀਂ ਮਾਇਆ ਵਾਲੀ ਸੋਚ ਪੈਦਾ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਚੋਂ ਇਨਸਾਨੀਅਤ ਮਰ ਜਾਂਦੀ ਹੈ। ਮਾਇਆ ਦਾ ਮਤਲਬ ਪੈਸਾ ਨਹੀਂ ਹੈ। ਮਾਇਆ ਇੱਕ ਮੈਂਟੈਲਿਟੀ ਹੈ, ਮਾਇਆ ਇੱਕ ਸੋਚ ਹੈ। ਉਹ ਸੋਚ ਜੋ ਮੈਨੂੰ ਤੁਹਾਡੇ ਨਾਲ ਰੱਬ ਵਰਗਾ ਪਿਆਰ ਨਹੀਂ ਕਰਨ ਦਿੰਦੀ, ਮੈਨੂੰ ਰੱਬ ਭੁਲਾਉਂਦੀ, ਉਹ ਸੋਚ ਮੇਰੀ ਮਾਇਆ ਹੈ। ਉਹ ਸੋਚ ਜੋ ਮੈਨੂੰ ਸੈਲਫਿਸ਼ ਬਣਾਉਂਦੀ ਹੈ, ਮੇਰੀ ਉਹ ਸੋਚ ਹੀ ਮਾਇਆ ਹੈ, ਜ਼ਹਿਰ ਹੈ। ਮੇਰੀ ਹੋਣ ਦਿੰਦੀ ਉਹ ਮੇਰੀ ਸੋਚ ਹੀ ਜ਼ਹਿਰ ਹੈ। ਤੇ ਇਸ ਜ਼ਹਿਰ ਨੇ ਹੀ ਸਾਡੇ ਅੰਦਰੋਂ ਇਨਸਾਨੀਅਤ ਨੂੰ ਮਾਰ ਦਿੱਤਾ ਹੈ। हे प्रभु तू इस्त्री पुरुष सिरजे पर इन्हां इस्त्री पुरुषां ने तेरे सच्चे प्यार नूं छड्ड के माया दे मोह दे प्यार दे अंदर खचत हुई। खानी बाणी तेरियां देह जीना आधारो। इनू जिया नहीं पढ़ना, जीना। क्योंकि जदों ही गुरबाणी अंदर किसी नाउन दे नाल कन्ना लगा के बहुवचनी बनाया जाता है तो उसका उच्चारण नासकी होएगा। खानी बाणी तेरियां। हे मालिक खानियां और बाणियां ये सारियां तेरियां ने। खानियां जगत की उत्पत्ति के साधन ने अंदर देर सेत उजादे। ये खानियां और बाणियां तेरियां पैदा कीतियां ने। देह जीना आधारो ते तू जीवां नूं जीण दा आधार दिंदा है। जीवां नूं आधार दिंदा है, आसरा दिंदा है। हकीकत है कि हर इंसान नूं आधार दिता है रब ने, आसरा दिता है। ते आसरा हुण असीं किहड़ा लैणा है ये साडे ते डिपेंड करेगा। जिवें मूल मंत्र दे अंदर गुरुदेव पातशाह जी ने गुण दसे ना रब दे कि रब एक है, रब सच है, रब निरभौ है, रब निर्वैर है। जे ते असीं इस चीज नूं अपनी जिंदगी दा आधार बनाईए, साडी सोच दा, साडे बोलां दा, साडे कर्मां दा आधार ये होवे, जे इन्हां गुणां दे आधार दे उत्ते साडा जीवन उसरेगा, जीवन दे अंदरों सुख शांति पैदा होगी। ते जे साडी सोच दा आधार काम क्रोध लोभ मोह आदिक होएगा, विकार होएगा, पाप होणगे, तां साडे जीवन दे अंदर दुख पैदा होणगे। प्रभु ने सानू सच दा आधार दिता है, लेकिन असीं सच दे आधार नूं छड्ड के झूठ नूं आधार बना बैठे हां। हे प्रभु तू जीवन जीण दा आधार जीवां नूं बख्शिश करदा है। कुदरत तखत रचाया सच निबेड़न हारो। सच दा मतलब सच विच, कुदरत संसार, तखत रजाया दा मतलब अपने वास्ते तखत रचिया है। गुरु पातशाह जी कहते ने इस सारी रचना रूप तखत नूं तू अपने बैठण वास्ते बनाया, क्योंकि तखत हुंदा है जिथे बहना होवे, जिथे निवास करना होवे। तू इस कुदरत तो बाहर नहीं है। ये नहीं कि तू वखरे किते स्वर्ग विच बैठा है, वखरी जन्नत विच बैठा है, वखरे किसी बैकुंठ विच बैठा है, जां जिवें साडे बाबे कहंदे ने वखरा सचखंड, वखरे सचखंड विच बैठा है। ना, ऐसा नहीं है।
ਕੁਦਰਤ ਤਖਤ ਰਚਾਇਆ, ਕੁਦਰਤ ਦੇ ਅੰਦਰ ਇਸ ਕੁਦਰਤ ਨੂੰ ਤੂੰ ਆਪਣਾ ਤਖਤ ਬਣਾਇਆ, ਕੁਦਰਤ ਕਰਕੇ ਵਸਿਆ ਸੋਏ ਸਾਰੇ ਸੁਬੰਦਾ ਹੋਏ, ਕਰਤੇ ਕੁਦਰਤੀ ਮੁਸਤਾਕ, ਤੂੰ ਪ੍ਰਗਟ ਪਹਾੜੈ ਜਾਪਦਾ, ਤੂੰ ਪ੍ਰਤੱਖ ਤੌਰ ਤੇ ਇਸ ਕੁਦਰਤ ਦੇ ਅੰਦਰ ਦਿਸ ਰਿਹਾ, ਜੋ ਦੀਸੈ ਸੋ ਤੇਰਾ ਰੂਪ, ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ, ਆ ਸੇਰਾ ਸਾਰਾ ਤੇਰਾ ਹੀ ਤਖਤ ਹੈ, ਇਹ ਨਿਵਾਸ ਸਥਾਨ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇਹ ਕੁਦਰਤ ਹੀ ਤੇਰਾ ਨਿਵਾਸ ਹੈ, ਇਹ ਕੁਦਰਤ ਤੇਰਾ ਹੀ ਰੂਪ ਹੈ, ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਤੇ ਜੇ ਬੰਦਾ ਇਸ ਚੀਜ਼ ਨੂੰ ਸਮਝ ਲਵੇ ਕਿ ਇਹ ਕੁਦਰਤ, ਇਹ ਕਾਇਨਾਤ, ਇਹ ਜੀਵ ਪ੍ਰਭੂ ਦਾ ਨਿਵਾਸ ਸਥਾਨ ਹੈ, ਹਰ ਇਨਸਾਨ ਦੇ ਅੰਦਰ, ਹਰ ਜੀਵ ਜੰਤੂ ਵਿੱਚ ਰੱਬ ਵਸਦਾ ਹੈ, ਤਾਂ ਫਿਰ ਮੈਂ ਰੱਬ ਦੇ ਨਾਲ ਨਫ਼ਰਤ ਥੋੜਾ ਕਰਾਂਗਾ, ਫਿਰ ਇਸ ਕੁਦਰਤ ਨਾਲ ਰੱਬ ਵਰਗਾ ਪਿਆਰ ਹੋਏਗਾ। ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਫਿਰ ਇਸ ਚੀਜ਼ ਨੂੰ ਅਸੀਂ ਅੰਡਰਸਟੈਂਡ ਕਰਾਂਗੇ, ਸਮਝਾਂਗੇ, ਫਿਰ ਇਸ ਦੁਨੀਆ ਦੇ ਅੰਦਰ ਕੇਵਲ ਪਿਆਰ ਦੀ ਭਾਵਨਾ ਹੋਏਗੀ, ਫਿਰ ਮਨੁੱਖ ਦੀ ਸੋਚ ਬੜੀ ਮਹਾਨ ਹੋ ਜਾਏਗੀ। ਸੱਚ ਨਿਬੇੜਨ ਹਾਰੋ ਤੇ ਪ੍ਰਭੂ ਆਪ ਤੂੰ ਇਸ ਕੁਦਰਤ ਰੂਪ ਤਖਤ ਤੇ ਬੈਠ ਕੇ ਜੀਵਾਂ ਦੇ ਲੇਖ ਮੁਕਾਉਣ ਵਾਲਾ ਹੈ। ਨਿਬੇੜਨ ਹਾਰੋ ਦਾ ਮਤਲਬ ਨਿਬੇੜਾ ਕਰਨ ਵਾਲਾ ਹੈ, ਤੂੰ ਮੁਨਸਿਫ ਹੈ, ਆਪ ਤੂੰ ਜੱਜ ਹੈ, ਆਪ ਤੂੰ ਕਰਮਾਂ ਦੇ ਫਲ ਦੇਣ ਵਾਲਾ। ਤੇ ਇਸ ਜਗਤ ਦੇ ਅੰਦਰ ਨਾਲ ਦੇ ਨਾਲ ਐਸੇ ਜ਼ਿੰਦਗੀ ਵਿੱਚ ਹਰ ਇਨਸਾਨ ਨੂੰ ਫਲ ਮਿਲ ਜਾਂਦਾ ਕਰਮ ਦਾ। ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ, ਮੰਨ ਲਓ ਹੁਣ ਮੈਂ ਆਪ ਜੀ ਦੇ ਨਾਲ ਵਿਚਾਰ ਕਰ ਰਿਹਾ ਹਾਂ ਤੇ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਜੇ ਮੇਰੇ ਅੰਦਰ ਆਪ ਵਾਸਤੇ ਪ੍ਰੇਮ ਹੈ ਤਾਂ ਮੈਂ ਸ਼ਾਂਤ ਹਾਂ, ਮੇਰੇ ਅੰਦਰ ਖੁਸ਼ੀ ਹੈ, ਮੈਨੂੰ ਇਹਦਾ ਫਲ ਮਿਲ ਰਿਹਾ ਨਾ। ਜੇ ਤੁਹਾਡੇ ਅੰਦਰ ਮੇਰੇ ਅੰਦਰ ਪ੍ਰੇਮ ਹੈ, ਸੱਚ ਹੈ, ਦਇਆ ਹੈ, ਤਾਂ ਅੰਦਰ ਖੁਸ਼ੀ ਖੇੜਾ। ਪਰ ਜੇ ਹੁਣ ਮੇਰੇ ਅੰਦਰ ਤੁਹਾਡੇ ਵਿੱਚੋਂ ਕਿਸੇ ਇੱਕ ਦੇ ਨਾਲ ਈਰਖਾ ਪੈਦਾ ਹੋ ਜਾਏ, ਤਾਂ ਜੋ ਤਖਤ ਤੇ ਬੈਠਾ ਰੱਬ ਹੈ, ਉਹਨੇ ਨਾਲ ਦੇ ਨਾਲ ਫੈਸਲਾ ਦੇ ਦਿੱਤਾ, ਮੇਰਾ ਅੰਦਰਲਾ ਜਿਹੜਾ ਆਤਮ ਵਿਸ਼ਵਾਸ ਸੀ, ਆਤਮ ਜੀਵਨ ਸੀ, ਖਤਮ ਹੋ ਗਿਆ, ਅੰਦਰ ਦੀ ਖੁਸ਼ੀ ਖਤਮ ਹੋ ਗਈ, ਅੰਦਰ ਜਲਨ ਪੈਦਾ ਹੋ ਗਈ, ਸੜਨ ਪੈਦਾ ਹੋ ਗਈ, ਖੁਸ਼ੀ ਨਾਲ ਹੀ ਮੁੱਕ ਗਈ ਨਾ, ਈਰਖਾ ਹੁੰਦੇ। ਤਾਂ ਹੇ ਪ੍ਰਭੂ ਤੂੰ ਕਣ ਕਣ ਦੇ ਅੰਦਰ ਸਮਾਇਆ ਹੋਇਆ, ਜੀਵਾਂ ਦੇ ਕਰਮਾਂ ਅਨੁਸਾਰ ਇਹਨਾਂ ਦਾ ਫੈਸਲਾ ਕਰਨ ਵਾਲਾ ਹੈ। ਆਵਾ ਗਵਨ ਸਿਰਜਿਆ, ਤੂੰ ਥਿਰ ਕਰਨਾ ਹਾਰੋ, ਤੂੰ ਥਿਰ ਕਰਨੇ ਹਾਰੋ ਦਾ ਮਤਲਬ ਤੂੰ ਕਰਨਹਾਰ, ਰਚਨਹਾਰ, ਥਿਰ ਹੈ। ਤੂੰ ਜਨਮ ਔਰ ਮਰਨ ਵਿੱਚ ਨਹੀਂ ਹੈ, ਨਾ ਤੂੰ ਜੰਮਦਾ ਹੈ ਨਾ ਤੂੰ ਮਰਦਾ ਹੈ, ਕਿਉਂਕਿ ਜੋ ਜੰਮੇਗਾ ਉਹ ਮਰੇਗਾ ਵੀ। ਆਵਾ ਗਵਨ ਸਿਰਜਿਆ ਦਾ ਮਤਲਬ, ਆਵਾ ਦਾ ਮਤਲਬ ਆਉਣਾ, ਗਵਨ ਦਾ ਮਤਲਬ ਜਾਣਾ, ਜਨਮ ਔਰ ਮਰਨ, ਇਹ ਜੀਵਨ ਔਰ ਮੌਤ ਤੂੰ ਸਿਰਜੀ ਹੈ ਇਸ ਸੰਸਾਰ ਨੂੰ ਚਲਾਉਣ ਲਈ। ਜਿਹੜਾ ਜੰਮਦਾ ਹੈ ਉਹ ਮਰਦਾ ਹੈ, ਜਨਮ ਔਰ ਮਰਨ ਇਹ ਤੇਰੇ ਵਸ ਵਿੱਚ ਹੈ, ਲੇਕਿਨ ਤੂੰ ਥਿਰ ਹੈ ਇਸ ਸੰਸਾਰ ਤੇ। ਅਨੰਤ ਜੀਵ ਜੰਤ, ਵਨਸਪਤੀ, ਫੁੱਲ ਫਲ, ਕੀੜੇ ਮਕੌੜੇ, ਮਨੁੱਖ ਮਾਤਰ ਪੈਦਾ ਹੁੰਦੇ ਨੇ ਤੇ ਚਲੇ ਜਾਂਦੇ ਨੇ, ਆਉਂਦੇ ਨੇ ਚਲੇ ਜਾਂਦੇ ਨੇ, ਜੰਮਦੇ ਨੇ ਮਰਦੇ ਨੇ, ਘਟ ਬਣਦੇ ਨੇ ਭੱਜਦੇ ਨੇ, ਪੈਦਾ ਹੁੰਦੇ ਨੇ ਖਤਮ ਹੋ ਜਾਂਦੇ ਨੇ। ਪਰ हे ਪ੍ਰਭੂ ਤੂੰ ਸदैव ਹੈ, ਤੂੰ ਥਿਰ ਹੈ। ਜੰਮਣ ਮਰਨਾ ਆਏ ਗਿਆ, ਬਧਿਕ ਜੀਉ ਵਿਕਾਰੋ। ਜੰਮਣ ਮਰਨਾ ਦਾ ਮਤਲਬ ਜਿਹੜਾ ਜੰਮਦਾ ਉਹ ਮਰ ਜਾਂਦਾ ਹੈ, ਆਏ ਦਾ ਮਤਲਬ ਜਿਹੜਾ ਆਇਆ ਤੇ ਗਿਆ ਦਾ ਮਤਲਬ ਚਲਾ ਜਾਂਦਾ ਹੈ। ਬੰਦਾ ਜੰਮਦਾ ਹੈ, ਮਰਦਾ ਹੈ, ਆਉਂਦਾ ਹੈ, ਚਲਾ ਜਾਂਦਾ ਹੈ। ਲੇਕਿਨ ਜਦੋਂ ਬੰਦਾ ਜੰਮਦਾ ਹੈ ਔਰ ਮਰਦਾ ਹੈ, ਆਉਂਦਾ ਹੈ ਔਰ ਜਾਂਦਾ ਹੈ, ਉਹਦੇ ਦਰਮਿਆਨ ਉਹਨੂੰ ਸਮਾਂ ਮਿਲਦਾ ਹੈ, ਉਸ ਸਮੇਂ ਨੂੰ ਜ਼ਿੰਦਗੀ ਕਹਿੰਦੇ ਨੇ। ਜਨਮ ਤੋਂ ਲੈ ਕੇ ਮਰਨ ਤੱਕ ਜਿਹੜਾ ਸਮਾਂ ਸਾਨੂੰ ਮਿਲਦਾ ਹੈ, ਉਸ ਸਮੇਂ ਨੂੰ ਜ਼ਿੰਦਗੀ ਕਿਹਾ ਜਾਂਦਾ। ਤੇ ਗੁਰੂ ਜੀ ਕਹਿੰਦੇ ਨੇ ਜਨਮ ਔਰ ਮਰਨ, ਆਉਣ ਔਰ ਜਾਣ ਦੇ ਦਰਮਿਆਨ ਜੋ ਸਮਾਂ ਮਿਲਿਆ, ਬਧਿਕ ਜੀਓ ਵਿਕਾਰੋ। ਬਧਿਕ ਦਾ ਮਤਲਬ ਬੱਝਾ ਰਹਿੰਦਾ ਹੈ, ਜੀਓ ਦਾ ਮਤਲਬ ਹੈ ਜੀਵ ਇਨਸਾਨ, ਵਿਕਾਰੋ ਦਾ ਮਤਲਬ ਵਿਕਾਰਾਂ ਵਿੱਚ। ਇਹ ਸਾਰੀ ਜ਼ਿੰਦਗੀ ਵਿਕਾਰਾਂ ਦੇ ਵਿੱਚ ਹੀ ਬੱਝਾ ਰਹਿੰਦਾ ਹੈ। ਹਾਲਾਂਕਿ ਇਹ ਗੁਣਾਂ ਵਾਲੀ ਜ਼ਿੰਦਗੀ ਵੀ ਜੀ ਸਕਦਾ ਸੀ। ਭਗਤ ਕਬੀਰ ਜੀ ਨੇ ਕਿੰਨੇ ਪਿਆਰ ਨਾਲ ਸਾਨੂੰ ਸਮਝਾਇਆ ਨਾ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰਾ ਕੀ ਹੈ?
संतोख दया धर्म धीरज ज्ञान वैराग निमानता सेवा सिमरन प्रेम कुर्बानी निरभैता निर्वैरता, ये सारे गुण हीरे ने। ਅਸੀਂ ऐसी जिंदगी जी सकते हैं, पॉसिबिलिटी है, साडे अंदर ये गुण मौजूद ने। ਅਸੀਂ ऐसी जिंदगी जी सकते हैं, कीमती जिंदगी कीमती गुणों के धारनी हो सकते हैं। पर बंदा इन्हां हीरिਆਂ ਨੂੰ नहीं विहाजदा, अपनी जिंदगी ਨੂੰ ਕੌਡੀਆਂ ਦੇ ਭਾਅ ਰੋਲ ਦਿੰਦਾ ਹੈ ਕਿ ਉਹ ਕੌਡੀਆਂ ਕੀ ਨੇ। काम क्रोध लोभ मोह हंकार आसा तृष्णा चुगली निंदा झूठ फरेब चोरियां यारियां बेईमानियां ठगियां पहनामियां पाप अपराध मेर तेर भ्रूण हत्या जातिवाद लड़ाई दंगे फसाद, ये सारियां कौडियां ने। बंदा कौडियां दे कट्टे जिंदगी रोल रहा है। ਤਾਂ ਗੁਰੂ ਜੀ ਕਹਿੰਦੇ ਨੇ ਜਨਮ ਤੋਂ ਲੈ ਕੇ ਮਰਨ ਤੱਕ ਸਾਰੀ ਜ਼ਿੰਦਗੀ ਜੋ ਬਹੁਤਾਤ ਗਿਣਤੀ ਹੈ ਮਨੁੱਖਾਂ ਦੀ, ਉਹ ਵਿਕਾਰਾਂ ਦੇ ਅੰਦਰ ਵੱਜਾ ਰਹਿੰਦਾ ਹੈ। ਭੂੰਡੜੇ ਨਾਮ ਵਿਸਾਰਿਆ ਬੂਢੜੇ ਕਿਆ ਤਿਸ ਚਾਰੋ, ਇਹਨੂੰ ਭੂੰਡੜੇ ਨਹੀਂ ਪੜਨਾ, ਭੂੰਡੜੇ। ਜਿਵੇਂ ਹਰਿਆਣੇ ਵੱਲ ਜਾਈਏ ਨਾ ਰੋਹਤਕ ਸਾਈਡ ਵਿੱਚ, ਤੇ ਉਹ ਗੱਲ ਕਹਿੰਦੇ ਨੇ ਯੂ ਚੀਜ਼ ਤੋਂ ਬੜੀ ਬੂੰਡੀ ਸੈਂ। ਬੂੰਡੀ ਦਾ ਮਤਲਬ ਭੈੜੀ, ਭੂੰਡੜੇ ਦਾ ਮਤਲਬ ਭੈੜਾ ਜੀਵ। ਭੂੰਡੜੇ ਭੈੜੇ ਜੀਵ ਨੇ ਨਾਮ ਵਿਸਾਰਿਆ, ਨਾਮ ਦਾ ਮਤਲਬ ਸੱਚ ਭੁਲਾ ਦਿੱਤਾ ਹੈ, ਰੱਬ ਦੇ ਹੁਕਮ ਨੂੰ ਭੁਲਾ ਦਿੱਤਾ ਹੈ, ਲਾ ਆਫ ਨੇਚਰ ਮੁਤਾਬਕ ਜ਼ਿੰਦਗੀ ਨਹੀਂ ਜੀ ਰਿਹਾ, ਰੱਬੀ ਰਜ਼ਾ ਵਿੱਚ ਜ਼ਿੰਦਗੀ ਨਹੀਂ ਜੀ ਰਿਹਾ। ਜੋ ਗੁਰਬਾਣੀ ਨੇ ਵੇ ਆਫ ਲਾਈਫ ਦਿੱਤਾ ਹੈ ਉਸਨੂੰ ਇਹਨੇ ਭੁਲਾ ਦਿੱਤਾ ਹੈ, ਸੱਚ ਨੂੰ ਬੰਦੇ ਦੇ ਭੁਲਾ ਦਿੱਤਾ ਹੈ, ਭੈੜੇ ਬੰਦੇ। ਜਿਹੜਾ ਸੱਚ ਨੂੰ ਭੁਲਾ ਦਿੰਦਾ ਉਹ ਚੰਗਾ ਨਹੀਂ ਹੁੰਦਾ, ਉਹ ਭੈੜਾ ਹੀ ਹੁੰਦਾ। ਭੂੰਡੜੇ ਨਾਮ ਵਿਸਾਰਿਆ, ਭੈੜੇ ਮਨੁੱਖ ਨੇ ਸੱਚ ਨੂੰ ਭੁਲਾ ਦਿੱਤਾ ਹੈ, ਤੇ ਜਿਹਨੇ ਸੱਚ ਨੂੰ ਭੁਲਾ ਦਿੱਤਾ ਬੂਢੜਾ ਕਿਆ ਤਿਸ ਚਾਰੋ, ਉਹ ਹੁਣ ਡੁੱਬਾ ਹੋਇਆ ਹੈ ਵਿਕਾਰਾਂ ਵਿੱਚ। ਤੇ ਡੁੱਬਿਆ ਹੋਇਆਂ ਦੀ ਕੋਈ ਪੇਸ਼ ਨਹੀਂ ਜਾਂਦੀ। ਮਾਇਆ ਮੋਹ ਦੇ ਵਿੱਚ ਡੁੱਬੇ ਹੋਏ ਜੋ ਜੀਵ ਨੇ, ਝੂਠ ਵਿੱਚ ਵਿਕਾਰਾਂ ਵਿੱਚ ਪਾਪਾਂ ਵਿੱਚ ਡੁੱਬੇ ਹੋਏ ਜਿਹੜੇ ਜੀਵ ਨੇ, ਉਹਨਾਂ ਦਾ ਕੋਈ ਚਾਰਾ ਨਹੀਂ ਚੱਲਦਾ। ਬੂਢੜੇ ਕਿਆ ਤਿਸ ਚਾਰੋ ਦਾ ਕੀ ਚਾਰਾ ਚੱਲ ਸਕਦਾ, ਕਿਵੇਂ ਉਹ ਸੁਖੀ ਰਹਿ ਸਕਦਾ। ਤੁਸੀਂ ਘਰਾਂ ਪਰਿਵਾਰਾਂ ਵੱਲ ਵੇਖੋ, ਜੇ ਪਤੀ ਪਤਨੀ ਹਮੇਸ਼ਾ ਲੜਾਈ ਝਗੜੇ ਵਿੱਚ ਡੁੱਬੇ ਹੋਏ ਨੇ, ਝੂਠ ਬੋਲਦੇ ਨੇ, ਬੇਵਿਸ਼ਵਾਸੀ ਕਰਦੇ ਨੇ, ਤੇ ਕੋਈ ਚਾਰਾ ਹੈ ਕਿ ਉਹ ਇਹਨਾਂ ਵਿਕਾਰਾਂ ਦੇ ਵਿੱਚ ਰਹਿੰਦੇ ਹੋਏ ਸੁਖੀ ਰਹਿ ਸਕਣ? ਕੋਈ ਚਾਰਾ ਨਹੀਂ। ਇੱਕੋ ਹੀ ਚਾਰਾ ਹੈ ਕਿ ਸੱਚ ਨੂੰ ਪਛਾਣੋ। ਇੱਕ ਹੀ ਚਾਰਾ ਹੈ ਜ਼ਿੰਦਗੀ ਨੂੰ ਸਫਲ ਕਰਨ ਦਾ, ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਵੀ ਜਾਵੇ। ਜੇ ਕੋਈ ਰੱਬੀ ਹੁਕਮ ਮੁਤਾਬਕ ਤਾਂ ਜ਼ਿੰਦਗੀ ਜੀਵੇ ਨਾ, ਆਪਣੀ ਸੋਚ ਨੂੰ, ਆਪਣੇ ਬੋਲਾਂ ਨੂੰ, ਆਪਣੇ ਵਿਹਾਰ ਨੂੰ ਸੱਚਾ ਨਾ ਕਰੇ, ਤੇ ਤੀਰਥਾਂ ਤੇ ਨਹਾਉਂਦਾ ਫਿਰੇ, ਕਿਸੇ ਦਾ 20 25 30 40 50 ਹਜ਼ਾਰ ਪਾਉਂਡ ਮਾਰ ਲਵੇ ਤੇ ਉਹਦੇ ਵਿੱਚੋਂ 500 ਪਾਉਂਡ ਕਿਸੇ ਗੁਰਦੁਆਰੇ ਮੰਦਿਰ ਵਿੱਚ ਦਾਨ ਦੇ ਆਵੇ ਤੇ ਕਹੇ ਕਿ ਮੈਂ ਸੁਖੀ ਹੋ ਜਾਵਾਂ, ਐਵੇਂ ਥੋੜਾ। ਵਿਕਾਰ ਛੱਡਣੇ ਪੈਣਾ। ਬੰਦੇ ਦੇ ਅੰਦਰ ਈਰਖਾ ਦਵੈਸ਼ ਹੋਵੇ ਤੇ ਬੰਦਾ ਸਵੇਰੇ ਸਮਾਧੀ ਲਾ ਕੇ ਬੈਠਾ ਹੋਵੇ, ਜਿਵੇਂ ਮੈਡੀਟੇਸ਼ਨ ਕਰ ਰਿਹਾ, ਕਰੀ ਜਾ ਮੈਡੀਟੇਸ਼ਨ ਨਾਲ ਕੀ ਹੋਣਾ ਹੈ? ਜੇ ਤੇਰੀ ਜ਼ਿੰਦਗੀ ਦੇ ਅੰਦਰ ਸੱਚ ਨਹੀਂ ਹੈ, ਜੇ ਤੇਰਾ ਠੀਕ ਨਹੀਂ, ਤਾਂ ਫਿਰ ਤੇਰਾ ਕੋਈ ਚਾਰਾ ਨਹੀਂ, ਕੋਈ ਚਾਰਾ ਤੈਨੂੰ ਜਿਹੜਾ ਹੈ ਉਹ ਠੀਕ ਨਹੀਂ ਕਰ ਪਾਏਗਾ। ਅਗਲਾ ਬਚਨ ਕਰਦੇ ਨੇ, ਗੁਣ ਛੋੜ ਬਿਖ ਲੱਦਿਆ ਅਵਗੁਣ ਕਾ ਬੰਦਾ। ਹੁਣ ਮਨੁੱਖ ਨੇ ਗਲਤੀ ਕਿੱਥੇ ਕੀਤੀ? ਗੁਣ ਛੋੜ, ਗੁਣਾਂ ਨੂੰ ਛੱਡ ਕੇ ਬਿਖ ਲੱਦਿਆ, ਵਿਕਾਰਾਂ ਦੀ ਜ਼ਹਿਰ ਲੱਦੀ ਹੋਈ ਹੈ। ਗੁਣ ਅੰਮ੍ਰਿਤ ਨੇ, ਗੁਣ ਸਾਨੂੰ ਇਨਸਾਨੀ ਜ਼ਿੰਦਗੀ ਬਖਸ਼ਦੇ ਨੇ, ਸੁੱਖ ਦਿੰਦੇ ਨੇ, ਤੇ ਅਵਗੁਣ ਜ਼ਹਿਰ ਨੇ। ਅਸੀਂ ਅਵਗੁਣਾਂ ਦੀ ਪੰਡ ਚੁੱਕੀ ਫਿਰਦੇ ਹਾਂ, ਈਰਖਾ ਦੀ ਪੰਡ, ਜਾਤੀਵਾਦ ਦੀ ਪੰਡ, ਮੇਰ ਤੀਰ ਦੀ ਪੰਡ, ਦਾਜ ਦਹੇਜ ਦੀ ਪੰਡ, ਲੋਭ ਲਾਲਚ ਦੀ ਪੰਡ। ਗੁਰੂ ਜੀ ਕਹਿੰਦੇ ਨੇ ਗੁਣ ਛੋੜ ਬਿਖ ਲੱਦਿਆ ਅਵਗੁਣ ਕਾ ਵਣਜਾਰੋ। ਇਹ ਔਗੁਣਾਂ ਦਾ ਵਣਜਾਰ ਵਪਾਰ ਕਰਦਾ ਹੈ, ਆਪਣੇ ਜੀਵਨ ਦੇ ਲੈਣ ਦੇਣ ਵਿੱਚ ਔਗੁਣ ਨੂੰ ਪ੍ਰਧਾਨਤਾ ਦਿੰਦਾ ਹੈ। ਇਸ ਤਰ੍ਹਾਂ ਆਤਮਕ ਮੌਤ ਦੀ ਪੰਡ ਆਪਣੇ ਸਿਰ ਤੇ ਚੁੱਕੀ ਰੱਖਦਾ ਹੈ। ਸੱਦੜੇ ਆਏ ਤਿਨਾ ਜਾਨੀਆਂ ਹੁਕਮ ਸੱਚੇ ਕਰਤਾਰੋ। ਹੁਣ ਗੁਰੂ ਜੀ ਕਹਿੰਦੇ ਨੇ ਸੱਦੜੇ ਜਾਨ ਨਾਲੋਂ ਪਿਆਰੇ, ਉਹਨਾਂ ਨੂੰ ਜਾਨੀ ਕਹਿ ਦਿੰਦੇ ਨੇ, ਜਿਨ੍ਹਾਂ ਵਾਸਤੇ ਅਸੀਂ ਜਾਨ ਵੀ ਵਾਰ ਸਕਦੇ। ਜਾਨੀ ਦਾ ਮਤਲਬ ਪਿਆਰੇ। ਹੁਣ ਗੁਰੂ ਜੀ ਕਹਿੰਦੇ ਨੇ ਸੱਦੜੇ ਆਏ ਤਿਨਾ ਜਾਨੀਆਂ
ਹੁਕਮ ਸੱਚੇ ਕਰਤਾਰੋ, ਜਿਹੜਾ ਸਿਰਜਣਹਾਰ ਪ੍ਰਭੂ ਹੈ ਉਹਦੇ ਹੁਕਮ ਅੰਦਰ, ਸਿਸਟਮ ਦੇ ਅੰਦਰ ਸੱਦੜੇ ਆਏ, ਜਿਹੜੇ ਪਿਆਰੇ ਸਾਥੀ ਨੇ ਉਹਨਾਂ ਨੂੰ ਸੱਦਾ ਆਉਣਾ ਹੈ। ਸੱਦਾ ਆਉਣ ਦਾ ਮਤਲਬ ਇਹ ਨਹੀਂ ਕਿ ਉਹਨੂੰ ਕੋਈ ਵੱਖਰਾ ਹੁਕਮ ਆਏਗਾ। ਸੱਦਾ ਦਾ ਮਤਲਬ ਹੁਕਮ, ਸਿਸਟਮ ਦੇ ਵਿੱਚ ਮੌਤ ਆਣੀ ਹੈ। ਮੇਰੀ ਵੀ ਮੌਤ ਹੋਣੀ ਹੈ, ਤੁਹਾਡੀ ਵੀ ਹੋਣੀ ਹੈ, ਸਾਰਿਆਂ ਦੀ ਹੋਣੀ ਹੈ। ਇਹ ਸਿਸਟਮ ਸਾਰਿਆਂ ਦੇ ਉੱਤੇ ਲਾਗੂ ਹੈ। ਜੋ ਜਨਮਿਆ ਹੈ ਉਹਨੇ ਖਤਮ ਹੋਣਾ ਹੈ। ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਬਚਪਨ ਵਿੱਚ ਸਾਡੇ ਸੈੱਲ ਬਣਦੇ ਜ਼ਿਆਦਾ ਨੇ, ਮਰਦੇ ਘੱਟ ਨੇ। 50 ਸਾਲ ਦੀ ਉਮਰ ਤੱਕ ਜਾ ਕੇ ਬਰਾਬਰ ਹੋ ਜਾਂਦੇ ਨੇ। 50 ਤੋਂ ਉੱਤੇ ਜਦੋਂ ਬੰਦਾ ਜਾਂਦਾ, ਸੈੱਲ ਨਵੇਂ ਬਣਦੇ ਘੱਟ ਨੇ, ਮਰਨ ਦੀ ਗਿਣਤੀ ਵੱਧ ਜਾਂਦੀ ਹੈ। ਹੌਲੇ ਹੌਲੇ ਸਿਸਟਮ ਮੁਤਾਬਕ ਬੰਦਾ ਖਤਮ ਹੋ ਜਾਂਦਾ ਹੈ। ਜਨਮ, ਜੀਵਨ ਔਰ ਮੌਤ ਇਹ ਚੱਲਦਾ ਰਹਿੰਦਾ ਹੈ। ਨਿਕਾਸ, ਵਿਕਾਸ ਔਰ ਵਿਨਾਸ਼ ਇਹ ਸਿਸਟਮ ਦੇ ਵਿੱਚ ਚੱਲਦਾ ਰਹਿੰਦਾ। ਨਾਰੀ ਪੁਰਖ ਵਿਛੁੜਿਆ ਮੇਲਣ ਹਾਰੂ। ਵਿਛੁੜਿਆ ਮੇਲਣ ਹਾਰੂ ਦਾ ਮਤਲਬ ਜੋ ਰੱਬ ਦੇ ਨਾਲੋਂ ਵਿਛੜੇ ਹੋਏ ਨੇ ਨਾ, ਉਹਨਾਂ ਨੂੰ ਮਿਲਾਉਣ ਵਾਲਾ ਹੈ। ਇਸ ਜ਼ਿੰਦਗੀ ਵਿੱਚ ਅਸੀਂ ਵਿਛੜੇ ਹਾਂ ਤੇ ਗੁਰੂ ਜਿਹੜਾ ਹੈ ਸਾਨੂੰ ਰੱਬ ਦੇ ਨਾਲ ਮਿਲਾ ਦਿੰਦਾ ਹੈ। ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਗੀਤ, ਵਿਛੁੜਿਆ ਮੇਲੇ ਪ੍ਰਭੂ। ਵਿਛੁੜਿਆ ਨੂੰ ਮਿਲਾਉਣ ਵਾਲਾ ਹੈ, ਯਾਨੀ ਮਿਲਾਪ ਜਿਹੜਾ ਹੈ ਉਹ ਰੱਬ ਦੇ ਹੁਕਮ ਵਿੱਚ ਹੈ। ਜੇ ਅਸੀਂ ਰੱਬੀ ਰਜ਼ਾ ਦੇ ਵਿੱਚ ਤੁਰਦੇ ਹਾਂ ਤਾਂ ਅਸੀਂ ਰੱਬ ਨਾਲੋਂ ਵਿਛੜੇ ਹੋਏ ਮਿਲ ਸਕਦੇ ਹਾਂ, ਪੋਸੀਬਿਲਿਟੀ ਹੈ। ਪਰ ਜਦੋਂ ਮੌਤ ਆਉਂਦੀ ਹੈ, ਉਦੋਂ ਉਹ ਜਿਹੜਾ ਵਿਛੜਿਆ ਨੂੰ ਮਿਲਾਉਣ ਵਾਲਾ ਹੈ, ਉਹਦੇ ਹੁਕਮ ਦੇ ਅੰਦਰ ਹੀ ਇਸਤਰੀ ਔਰ ਪੁਰਸ਼ਾਂ ਦਾ ਵਿਛੋੜਾ ਹੋ ਜਾਂਦਾ ਹੈ। ਪਤੀ ਪਤਨੀ ਨੇ ਵਿਛੋੜਾ ਹੋ ਜਾਂਦਾ ਹੈ। ਪਤੀ ਮਰ ਜਾਏ, ਪਤਨੀ ਮਰ ਜਾਏ, ਕੋਈ ਤਾਂ ਵਿਛੋੜਾ ਹੋ ਹੀ ਜਾਣਾ ਹੈ। ਯਾਨੀ ਇਸਤਰੀਆਂ ਔਰ ਪੁਰਸ਼ ਕੋਈ ਵੀ ਨੇ, ਮੌਤ ਆਉਣ ਤੇ ਉਹਨਾਂ ਦਾ ਵਿਛੋੜਾ ਜਿਹੜਾ ਹੈ ਉਹ ਵਿਛੋੜਾ ਹੋ ਜਾਂਦਾ ਹੈ। ਅਗਲਾ ਬਚਨ ਕਰਦੇ ਨੇ, ਰੂਪ ਨਾ ਜਾਣੈ ਸੋਹਣੀਏ, ਹੁਕਮ ਬੱਧੀ ਸਿਰ ਕਾਰੋ। ਸਿਰ ਕਾਰੋ, ਕਾਰੋ ਦਾ ਮਤਲਬ ਕਾਰ, ਸਿਰ ਦਾ ਮਤਲਬ ਸਿਰ ਤੇ, ਹੁਕਮ ਬੱਧੀ ਦਾ ਮਤਲਬ ਹੁਕਮ ਦੀ ਕਾਰ ਬੱਝੀ ਹੋਈ ਹੈ ਸਾਰਿਆਂ ਤੇ। ਮੇਰੇ ਸਿਰ ਤੇ ਵੀ ਹੁਕਮ ਹੈ, ਤੁਹਾਡੇ ਸਿਰ ਤੇ ਵੀ ਹੁਕਮ ਹੈ। ਇਸ ਸਿਸਟਮ ਤੋਂ ਬਾਹਰ ਕੋਈ ਨਹੀਂ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਚਾਹੇ ਕੋਈ ਬਹੁਤ ਵੱਡਾ ਰਾਜਨੀਤਿਕ ਹੈ, ਚਾਹੇ ਕੋਈ ਬਹੁਤ ਵੱਡਾ ਅਮੀਰ ਹੈ, ਕੋਈ ਪੜ੍ਹਿਆ ਹੈ, ਕੋਈ ਅਨਪੜ੍ਹ ਹੈ, ਕੋਈ ਪਰਜਾ ਹੈ, ਕੋਈ ਢੈੜੇ ਰੂਪ ਵਾਲਾ ਹੈ, ਸਾਰਿਆਂ ਦੇ ਉੱਤੇ ਕਾਰ ਹੈ ਹੁਕਮ ਦੀ। ਰੂਪ ਨਾ ਜਾਣੈ ਸੋਹਣੀਏ, ਉਹ ਕਿਸੇ ਸੁੰਦਰੀ ਦੇ ਰੂਪ ਦੀ ਪਰਵਾਹ ਨਹੀਂ ਕਰਦੀ। ਮੌਤ ਕੀ ਵੀ ਇਸਤਰੀ ਬੜੀ ਸੋਹਣੀ ਹੈ ਤੇ ਇਹਦੀ ਮੌਤ ਨਾ ਹੋਵੇ, ਇਹ ਬੰਦਾ ਬੜਾ ਸੋਹਣਾ ਹੈ, ਇਸ ਸੋਹਣੇ ਨੂੰ ਕਿਉਂ ਮਾਰਨਾ, ਜਿਹਦਾ ਕੋਈ ਨੱਕ ਫੀਨਾ ਉਹਨੂੰ ਲੈ ਚੱਲਣਾ, ਐਵੇਂ ਨਹੀਂ ਹੁੰਦਾ। ਇਸ ਲਈ ਸੁੰਦਰਤਾ ਦਾ, ਅਸੁੰਦਰਤਾ ਦਾ ਇੱਥੇ ਕੋਈ ਲਿਹਾਜ਼ ਨਹੀਂ ਹੈ। ਹੁਕਮ ਸਾਰਿਆਂ ਵਾਸਤੇ ਇੱਕੋ ਹੈ। ਇਸ ਲਈ ਗੁਰੂ ਨੇ ਸਾਨੂੰ ਥਾਂ ਤੇ ਵਰਜਿਆ ਹੈ ਕਿ ਆਪਣੇ ਰੂਪ ਆਦਿਕ ਦਾ ਮਾਣ ਨਾ ਕਰੋ ਭਾਈ। ਕਬੀਰ ਗਰਬ ਨਾ ਕੀਜੀਏ, ਦੇਹੀ ਦੇਖ ਸੁਰੰਗ। ਆਜ ਕਾਲ ਤਾਂ ਜਾਹੋਗੇ ਜਿਉਂ ਕਾਂਚਰੀ ਭੁਜੰਗ। ਇਸ ਲਈ ਕਿਸੇ ਦੇ ਸੁਹੱਪਣ ਆਦਿਕ ਦਾ ਲਿਹਾਜ਼ ਨਹੀਂ ਹੁੰਦਾ। ਸਾਰਿਆਂ ਦੇ ਸਿਰ ਦੇ ਉੱਤੇ ਹੁਕਮ ਦੀ ਕਾਰ ਹੈ, ਯਾਨੀ ਸਿਰ ਦੇ ਉੱਤੇ ਹੁਕਮ ਹੈ, ਹੁਕਮ ਤੋਂ ਬਾਹਰ ਕੋਈ ਨਹੀਂ। ਪਹਿਲੀ ਗੱਲ, ਰੂਪ ਦਾ ਲਿਹਾਜ਼ ਨਹੀਂ। ਤੇ ਦੂਜੀ ਗੱਲ, ਬਾਲਕ ਬਿਰਧ ਨਾ ਜਾਣਨੀ, ਤੋੜਨ ਹੇਤ ਪਿਆਰੋ। ਜੰਮ ਜਿਹੜਾ ਹੈ, ਜੰਮ ਦਾ ਮਤਲਬ ਮੌਤ। ਬੱਚਿਆਂ ਤੇ ਬੁੱਢਿਆਂ ਦੀ ਪਰਵਾਹ ਨਹੀਂ ਇੱਥੇ। ਬੱਚੇ ਔਰ ਬੁੱਢੇ ਦਾ ਕੋਈ ਲਿਹਾਜ਼ ਨਹੀਂ ਹੈ ਕਿ ਚਲੋ ਯਾਰ ਇਹ ਬਜ਼ੁਰਗ ਬੰਦਾ ਹੈ ਤੇ ਇਹਨੂੰ ਕੀ, ਇਹਨੂੰ ਰਹਿਣ ਦਿਓ। ਜਾਂ ਕੋਈ ਕਵੇ ਕਿ ਯਾਰ ਇਹ ਤੇ ਹਾਲੇ ਬੱਚਾ ਹੈ, ਬੁੱਢਾ ਹੋ ਜਾਏਗਾ ਫਿਰ ਲੈ ਚੱਲਾਂਗੇ। ਮੌਤ ਦਾ ਬਚਪਨ ਔਰ ਜਵਾਨੀ ਦੇ ਕੋਈ ਲਿਹਾਜ਼ ਨਹੀਂ। ਬੱਚੇ ਨੂੰ ਹੀ ਆ ਸਕਦੀ ਹੈ, ਬਜ਼ੁਰਗ ਨੂੰ ਹੀ ਆ ਸਕਦੀ ਹੈ। ਸਿਸਟਮ ਹੈ। ਜਦੋਂ ਇਹ ਸਰੀਰ ਦਾ ਸਿਸਟਮ ਵਿਗੜੇਗਾ, ਕੋਈ ਬਿਮਾਰ ਹੋਵੇ ਤਾਂ ਚਾਹੇ ਬੱਚਾ ਹੋਵੇ ਜਾਂ ਮੌਤ ਬਜ਼ੁਰਗ ਹੋਵੇ, ਜੇ ਹਰ ਅਟੈਕ ਹੋ ਗਿਆ, ਫੇਲ ਹੋ ਗਿਆ, ਬੱਚਾ ਹੋਵੇ, ਬਜ਼ੁਰਗ ਹੋਵੇ, ਟੀਬੀ ਦੇ ਨਾਲ ਮੌਤ ਹੋ ਸਕਦੀ, ਜੇ ਬੱਚੇ ਨੂੰ ਹੋ ਜਾਏ, ਬਜ਼ੁਰਗ ਨੂੰ ਹੋ ਜਾਏ, ਕਿਸੇ ਨੂੰ ਵੀ ਹੋ ਜਾਏ, ਐਕਸੀਡੈਂਟ ਹੋ ਜਾਏ, ਹੁਣ ਬੱਸ ਤੇ ਥੱਲੇ ਬੱਚਾ ਆ ਜਾਏ, ਤੇ ਲਿਹਾਜ਼ ਥੋੜਾ ਹੋਣਾ ਹੈ, ਬਜ਼ੁਰਗ ਦਾ ਲਿਹਾਜ਼ ਥੋੜਾ ਹੋਣਾ ਹੈ। ਸਿਸਟਮ ਦੇ ਅੰਦਰ ਕਿਸੇ ਦਾ ਲਿਹਾਜ਼ ਨਹੀਂ ਹੈ। ਸਿਸਟਮ ਸਾਰਿਆਂ ਦੇ ਉੱਤੇ ਇੱਕੋ ਜਿਹਾ ਹੈ। ਹਰੀ ਨਾਹੀ ਨਹਿ ਡਡੂਰੀ, ਪੱਕੀ ਵੱਢਣ ਹਾਰ। ਜਿਵੇਂ ਕਿਸਾਨ ਹੁੰਦਾ ਹੈ ਨਾ, ਉਹਨੇ ਫਸਲ ਬੀਜੀ ਹੈ, ਜੇ ਉਹਦਾ ਜੀ ਕਰੇ ਹਰੀ ਵੱਢ ਲਵੇ, ਡੱਡਰੀ ਵੱਢ ਲੈ, ਪਕਾ ਕੇ ਵੱਢ ਲੈ, ਮਰਜ਼ੀ ਹੈ ਨਾ। ਤਾਂ ਇਸੇ ਤਰ੍ਹਾਂ ਇਹ ਸਿਸਟਮ ਹੈ
ਇਹਦੇ ਵਿੱਚ ਬੱਚੇ ਦਾ, ਜਵਾਨ ਦਾ ਜਾਂ ਬਜ਼ੁਰਗ ਦਾ ਕੋਈ ਲਿਹਾਜ਼ ਨਹੀਂ। ਤੋੜਨ ਹੇਤ ਪਿਆਰੋ ਦਾ ਮਤਲਬ ਜਦੋਂ ਮੌਤ ਆਉਂਦੀ ਹੈ ਤੇ ਉਦੋਂ ਇਹ ਹੇਤ ਪਿਆਰ ਟੁੱਟ ਜਾਂਦਾ ਹੈ। ਤੇ ਜਦੋਂ ਬੰਦਾ ਮਰ ਜਾਂਦਾ ਹੁੰਦਾ ਕੀ ਹੈ, ਨੌਂਦਰ ਠਾਕੇ ਹੁਕਮ ਸੱਚੇ ਹੰਸ ਗਿਆ ਗੈਨਾਰੇ। ਨੌਂਦਰ ਠਾਕੇ, 9 ਦਰਵਾਜ਼ੇ, ਨੱਕ, ਕੰਨ, ਅੱਖਾਂ, ਠਾਕੇ ਦਾ ਮਤਲਬ ਬੰਦ ਹੋ ਜਾਂਦੇ ਨੇ, ਕੰਮ ਕਰਨਾ ਛੱਡ ਜਾਂਦੇ ਨੇ। ਹੰਸ ਗਿਆ ਗੈਨਾਰੇ, ਹੰਸ ਦਾ ਮਤਲਬ ਜਿਹੜੀ ਜਿੰਦ ਹੈ, ਜਿਹੜੀ ਅੰਦਰ ਐਨਰਜੀ ਹੈ। ਗੈਨਾਰੇ ਦਾ ਮਤਲਬ ਆਕਾਸ਼ ਵਿੱਚ ਕਿਤੇ ਦੂਰ ਚਲੀ ਜਾਂਦੀ ਹੈ, ਭਾਵ ਕਿ ਸਰੀਰ ਦੇ ਵਿੱਚੋਂ ਜਿੰਦ ਬਾਹਰ ਹੋ ਜਾਂਦੀ ਹੈ, ਸਰੀਰ ਦੀ ਮੌਤ ਹੋ ਜਾਂਦੀ ਹੈ ਔਰ ਇਹ ਸਿਸਟਮ ਫੇਲ ਹੋ ਗਿਆ। ਜਿਹੜੀ ਐਨਰਜੀ ਸੀ, ਜਿਹੜੇ ਨੱਕ ਕੰਨ ਆਦਿ ਕੰਮ ਕਰਦੇ ਸਨ, ਉਹਨਾਂ ਨੇ ਕੰਮ ਕਰਨਾ ਛੱਡ ਦਿੱਤਾ। ਸਾਤਨ ਛੁੱਟੀ ਮੁੱਠੀ ਝੂਠ ਵਿਦੜੀਆਂ, ਮਿਰਤਕੜਾ ਅੰਗਨੜੇ ਬਾਰੇ। ਤਾਂ ਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਮਿਰਤਕ ਹੈ, ਅੰਗਨੜੇ ਦਾ ਮਤਲਬ ਆਂਗਨ, ਬਾਹਰੇ ਦਾ ਮਤਲਬ ਦਰ, ਝੂਠ ਦਾ ਮਤਲਬ ਝੂਠ ਵਿੱਚ, ਵਿਧਣੀਆਂ ਦਾ ਮਤਲਬ ਵਿਧਣੀਆਂ ਪੜਨਾ ਹੈ, ਇਹਨੂੰ ਵਿਧਣੀਆਂ ਨਹੀਂ ਵਿਧਣੀਆਂ। ਵਿਧਣੀਆਂ ਦਾ ਮਤਲਬ ਧਣੀ ਵੀ ਹੋਣੀ। ਸਾਤਨ ਦਾ ਮਤਲਬ ਜੀਵ ਇਸਤਰੀ, ਛੁੱਟੀ ਦਾ ਮਤਲਬ ਜਿਵੇਂ ਕਿਸੇ ਦਾ ਛੁਟਕਾਰਾ ਹੈ, ਛੋਟ ਹੋ ਜਾਂਦੀ ਨਾ ਪਤੀ ਪਤਨੀ ਦੀ। ਮੁੱਠੀ ਦਾ ਮਤਲਬ ਠੱਗੀ ਹੋਈ। ਤਾਂ ਗੁਰੂ ਜੀ ਕਹਿੰਦੇ ਨੇ ਇਹ ਨਿਖਸਮੀ ਇਸਤਰੀ ਇਕੱਲੀ ਰਹਿ ਜਾਂਦੀ ਹੈ, ਮਾਇਆ ਦੇ ਵਿੱਚ, ਮੋਹ ਦੇ ਵਿੱਚ ਲੁੱਟ ਕੇ ਉਹ ਵਿਧਵਾ ਹੋ ਜਾਂਦੀ ਹੈ ਤੇ ਲੋਥ ਜਿਹੜੀ ਹੈ ਘਰ ਦੇ ਵਿਹੜੇ ਵਿੱਚ ਪਈ ਜਾਂਦੀ ਹੈ। ਯਾਨੀ ਜਿਵੇਂ ਸਰੀਰ ਮਰ ਜਾਏ ਨਾ, ਤੇ ਜਿਸ ਦਾ ਪਤੀ ਮਰਿਆ ਹੋਵੇ ਉਹ ਵਿਚਾਰੀ ਨਿਖਸਮੀ ਹੋ ਜਾਂਦੀ ਹੈ ਤੇ ਲੋਥ ਵਿਹੜੇ ਵਿੱਚ ਪਈ ਰਹਿੰਦੀ ਹੈ। ਇਸੇ ਤਰ੍ਹਾਂ ਜਿਉਂਦਾ ਮਨੁੱਖ ਜਦੋਂ ਸੱਚ ਦੇ ਨਾਲੋਂ ਟੁੱਟ ਜਾਂਦਾ ਹੈ ਤੇ ਜਿਉਂਦਾ ਹੀ ਉਹ ਨਿਖਸਮਾ ਹੋ ਜਾਂਦਾ ਹੈ, ਮਰ ਜਾਂਦਾ ਹੈ, ਤੇ ਉਹ ਇੱਕ ਤੁਰਦੀ ਫਿਰਦੀ ਲਾਸ਼ ਬਣ ਜਾਂਦੀ ਹੈ। ਤਾਂ ਜਿਹੜੀ ਸਰੀਰ ਹੈ ਉਹ ਵਿਹੜੇ ਦੇ ਅੰਦਰ ਪਿਆ ਹੁੰਦਾ ਹੈ। ਇੱਥੇ ਮ੍ਰਿਤਕ ਸਰੀਰ ਦੀ ਗੱਲ ਹੁੰਦੀ ਹੈ। ਸੁਰਤ ਮੁਈ ਮਰ ਮਾਈਏ, ਮਹਿਲ ਰੁੰਨੀ ਦਰ ਬਾਰੇ। ਹੁਣ ਉਸ ਲੋਥ ਨੂੰ ਵੇਖ ਕੇ ਭਾਈ ਸਾਹਿਬ ਸਿੰਘ ਜੀ ਜੋ ਅਰਥ ਕਰ ਰਹੇ ਨੇ, ਜਿਸ ਨੂੰ ਵੇਖ ਵੇਖ ਕੇ ਇਸਤਰੀ ਦਲੀਜਾਂ ਵਿੱਚ ਬੈਠੀ ਰੋਂਦੀ ਹੈ ਤੇ ਆਖਦੀ ਸੁਰਤ ਮੁਈ ਮਰ ਮਾਈਏ, ਹੇ ਮਾਏ ਇਸ ਮੌਤ ਨੂੰ ਵੇਖ ਕੇ ਮੇਰੀ ਅਕਲ ਟਿਕਾਣੇ ਨਹੀਂ ਗਈ, ਮੈਂ ਵੀ ਮੋਇਆਂ ਵਰਗੀ ਹੋ ਗਈ ਹਾਂ। ਜੋ ਸ਼ਬਦਾਰਥ ਵਾਲੇ ਅਰਥ ਕਰ ਰਹੇ ਨੇ ਕਿ ਹੇ ਮਾਈ ਇਸ ਤੇ ਮਰਨ ਨਾਲ ਮੱਤ ਮਾਰੀ ਗਈ ਹੈ, ਇਸਤਰੀ ਹਰੀ ਦੀ ਦਰਗਾਹ ਵਿੱਚ ਪੁਕਾਰ ਕਰਦੀ ਹੈ। ਇਹ ਸ਼ਬਦਾਰਥ ਵਾਲੇ ਅਰਥ ਕਰਦੇ ਨੇ। ਯਾਨੀ ਜਿਸ ਦਾ ਪਤੀ ਗੁਜ਼ਰ ਜਾਏ, ਫਿਰ ਉਹ ਆਮ ਅਸੀਂ ਸੰਸਾਰ ਵਿੱਚ ਕਹਿੰਦੇ ਨਾ ਉਹ ਜਿਉਂਦਿਆਂ ਚੋਂ ਰਹੀ, ਨਾ ਉਹ ਮੋਇਆਂ ਚੋਂ ਰਹੀ। ਜੇ ਪਤਨੀ ਗੁਜ਼ਰ ਜਾਏ ਤੇ ਅਸੀਂ ਕਹਿੰਦੇ ਯਾਰ ਇਸ ਉਮਰ ਦੇ ਵਿੱਚ ਨਾ ਬੰਦਾ ਅਗਲਿਆਂ ਚੋਂ ਨਾ ਪਿਛਲਿਆਂ ਚੋਂ, ਭਾਵ ਕਿ ਉਹਦੀ ਇਹ ਪਿਛਲੇ ਜਿਹੜੇ ਪਿਆਰੇ ਨੇ ਉਹਨਾਂ ਦੀ ਇਹ ਹਾਲਤ ਹੋ ਜਾਂਦੀ, ਉਹਨਾਂ ਦੀ ਹਾਲਾਤ ਬਿਆਨ ਕਰਦੇ। ਅਗਲਾ ਬਚਨ ਕਰਦੇ ਨੇ, ਰੋਵਹੁ ਕੰਤ ਮਹਿਲੀਓ ਸੱਚੇ ਕੇ ਗੁੰਗਾਰੇ, ਗੁਣ ਸਾਰੇ। ਮਹਿਲੀਓ ਦਾ ਮਤਲਬ ਜੀਵ ਇਸਤਰੀਓ, ਸਾਰੇ ਦਾ ਮਤਲਬ ਸੰਭਾਲ ਕੇ, ਕਿ ਹੇ ਪ੍ਰਭੂ ਕੰਤ ਦੀ ਜੀਵ ਇਸਤਰੀਓ, ਤੁਸੀਂ ਸੱਚੇ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰੋ। ਰੋਵੋ ਕੰਤ ਮਹਿਲੀਓ ਦਾ ਮਤਲਬ ਇਸ ਚੀਜ਼ ਦਾ ਅਫਸੋਸ ਕਰੋ ਕਿ ਅਸੀਂ ਰੱਬ ਦੇ ਨਾਲੋਂ ਵਿਛੜੇ ਹਾਂ। ਜਿਵੇਂ ਸਰੀਰਕ ਮੌਤ ਵੇਲੇ ਵਿਛੋੜਾ ਹੁੰਦਾ ਹੈ, ਤਾਂ ਸਰੀਰਕ ਮੌਤ ਵਾਸਤੇ ਨਾ ਰੋਵੋ। ਇੱਕ ਸਿਸਟਮ ਹੈ, ਇੱਕ ਰਜ਼ਾ ਹੈ, ਸਾਰਿਆਂ ਨੇ ਹੀ ਵਿਛੜਨਾ ਹੈ, ਪਰ ਤੁਸੀਂ ਜਿਉਂਦੇ ਰੱਬ ਦੇ ਨਾਲ ਨਾ ਵਿਛੜੇ ਰਹੋ। ਅਫਸੋਸ ਇਸ ਗੱਲ ਦਾ ਕਰੋ ਕਿ ਇਹ ਤੇ ਮਰ ਕੇ ਵਿਛੜਿਆ ਹੈ, ਅਸੀਂ ਤੇ ਜਿਉਂਦੇ ਵਿਛੜੇ ਹੋਏ। ਅਸੀਂ ਤਾਂ ਜਿਉਂਦੇ ਹੀ ਰੱਬ ਨਾਲੋਂ ਵਿਛੜੇ ਹਾਂ, ਸੱਚ ਨਾਲੋਂ ਵਿਛੜੇ ਹਾਂ, ਦਇਆ ਨਾਲੋਂ ਵਿਛੜੇ ਹਾਂ। ਅਸੀਂ ਲੱਭਦੇ ਰੱਬ ਨੂੰ ਫਿਰਦੇ ਹਾਂ, ਗੁਆਚੇ ਆਪ ਨੂੰ। ਰੱਬ ਨਹੀਂ ਗੁਆਚਿਆ। ਰੱਬ ਨੂੰ ਨਾ ਲੱਭੋ ਕਿਉਂਕਿ ਉਹ ਗੁਆਚਿਆ ਨਹੀਂ। ਸਾਡੇ ਤੋਂ ਸੱਚ ਗੁਆਚਿਆ ਹੋਇਆ ਹੈ, ਦਇਆ ਗੁਆਚੀ ਹੋਈ ਹੈ, ਪ੍ਰੇਮ ਗੁਆਚਿਆ ਹੋਇਆ ਹੈ। ਜੇ ਇਹਨਾਂ ਗੁਣਾਂ ਨੂੰ ਆਪਣੇ ਅੰਦਰੋਂ ਲੱਭ ਲਵੀਏ, ਪ੍ਰਗਟ ਕਰ ਲਵੀਏ, ਤਾਂ ਇਹ ਗੁਣ ਹੀ ਰੱਬ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਜੀਵ ਇਸਤਰੀਓ, ਤੁਸੀਂ ਉਸ ਪਿਆਰੇ ਪ੍ਰਭੂ ਨੂੰ ਯਾਦ ਕਰੋ, ਉਹਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਸੰਭਾਲੋ। ਹੁਣ ਜਲਮਲ ਜਾਨੀ ਨਾ ਵਾਲਿਆ, ਕੱਪੜ ਪਟ ਅੰਬਾਰੇ। ਜਲ ਦੇ ਲੱਲੇ ਨਾਲ ਸਿਹਾਰੀ ਹੈ ਜਲ ਨਾਲ, ਮਲ ਦੇ ਲੱਲੇ ਨਾਲ ਸਿਹਾਰੀ ਹੈ ਮਲ ਕੇ। ਜਦੋਂ ਸਾਖ ਸੰਬੰਧੀ ਮਰੇ ਪ੍ਰਾਣੀ ਦੀ ਲੋਥ ਨੂੰ ਪਾਣੀ ਦੇ ਨਾਲ ਮਲ ਕੇ ਇਸ਼ਨਾਨ ਕਰਾਉਂਦੇ ਨੇ। ਕੱਪੜ ਪਟ ਅੰਬਾਰੇ, ਪਟ ਦਾ ਮਤਲਬ ਰੇਸ਼ਮ, ਕੀਮਤੀ, ਤੇ ਰੇਸ਼ਮ ਆਦਿਕ ਦੇ ਕੱਪੜਿਆਂ ਦੇ ਨਾਲ ਲਪੇਟਦੇ ਨੇ। ਦੇਖਿਆ ਨਾ ਕਿਸੇ ਦੀ ਮਰੇ ਦੀ ਲੋਥ ਦੇ ਉੱਤੇ ਲੋਕ ਚਾਦਰਾਂ ਪਾਉਂਦੇ ਨੇ। ਇਹ ਗੱਲ ਵੱਖਰੀ ਹੈ ਕਿ ਕਈ ਵਾਰ ਬਜ਼ੁਰਗ ਗੁਜ਼ਰ ਜਾਂਦੇ ਨੇ ਵਿਚਾਰੇ, ਉਹਨਾਂ ਨੂੰ ਜਿਉਂਦਿਆਂ ਨੂੰ ਕੋਈ ਚੱਜ ਦਾ ਕੱਪੜਾ ਨਹੀਂ ਦਿੱਤਾ ਤੇ ਮਰਨ ਤੋਂ ਬਾਅਦ ਫਿਰ ਉੱਤੇ ਕੰਬਲ ਪਾਉਂਦੇ ਨੇ, ਲੋਈਆਂ ਪਾਉਂਦੇ ਨੇ।
ਮਰਨ ਤੋਂ ਬਾਅਦ ਲੋਕ ਲਿਖਦੇ ਨੇ, ਫੇਸਬੁੱਕ ਤੇ ਲਿਖਿਆ ਹੁੰਦਾ ਆਈ ਮਿਸ ਯੂ। ਮਰਨ ਦੇ ਨਾਲੋਂ ਆਈ ਮਿਸ ਯੂ ਲਿਖਣ ਦੇ ਨਾਲ ਬਜਾਏ ਜਿਉਂਦਿਆਂ ਨੂੰ ਕਹੋ ਆਈ ਵਿਦ ਯੂ। ਮਰਨ ਤੇ ਜਾ ਕੇ ਜਿਹੜਾ ਰੋਣਾ ਹੈ ਨਾ ਕਿਸੇ ਦੀ ਲਾਸ਼ ਤੇ, ਬੇਸ਼ੱਕ ਨਾ ਜਾਇਓ, ਨਾ ਰੋਇਓ, ਤੁਹਾਡੇ ਰੋਣ ਨਾਲ ਕੋਈ ਫਰਕ ਨਹੀਂ ਪੈਣਾ। ਜਿਉਂਦਿਆਂ ਨੂੰ ਜਾ ਕੇ ਮਿਲੋ, ਜਿਉਂਦਿਆਂ ਦਾ ਹਾਲ ਚਾਲ ਪੁੱਛੋ, ਜਿਉਂਦਿਆਂ ਦੀਆਂ ਲੋੜਾਂ ਪੂਰੀਆਂ ਕਰੋ। ਜਿਹੜੀਆਂ ਸਿਫਤਾਂ ਮਰਿਆਂ ਤੇ ਕਰਨੀਆਂ ਨੇ ਨਾ, ਜੇ ਉਹ ਜਿਉਂਦਿਆਂ ਦੇ ਕਰਦੇ ਹੋ ਤਾਂ ਉਸ ਬੰਦੇ ਨੂੰ ਖੁਸ਼ੀ ਮਿਲੇਗੀ। ਜਿੰਨਾ ਏਕਤਾ ਲੋਕ ਮੋਏ ਦੀ ਲਾਸ਼ ਨੂੰ ਲੈ ਕੇ ਤੁਰਨ ਲੱਗਿਆਂ ਵਿਖਾਉਂਦੇ ਨੇ ਨਾ, ਜੇ ਉਨੀ ਏਕਤਾ ਜਿਉਂਦੇ ਨੂੰ ਕਿਤੇ ਖੁਸ਼ ਕਰਨ ਵਾਸਤੇ ਵਿਖਾਉਣ ਤਾਂ ਕਿੰਨਾ ਖੁਸ਼ੀ ਹੋ ਸਕਦੀ ਹੈ ਨਾ। ਇਸ ਲਈ ਜ਼ਰੂਰਤ ਹੈ ਕਿ ਜਿਉਂਦਿਆਂ ਦੇ ਨਾਲ ਪਿਆਰ ਕਰੋ, ਸੱਚੀ ਜ਼ਿੰਦਗੀ ਜੀਵੋ, ਜਿਉਂਦੇ ਦਾ ਸਹਿਯੋਗ ਕਰੋ, ਪਿਆਰ ਦੇ ਨਾਲ ਰਹੋ ਔਰ ਇੱਕ ਦੂਜੇ ਦੀਆਂ ਲੋੜਾਂ ਪੂਰੀਆਂ ਕਰੋ। ਪਰ ਜਦੋਂ ਲੋਥ ਦਾ ਇਸ਼ਨਾਨ ਕਰਾਉਂਦੇ ਨੇ, ਕੱਪੜੇ ਵਗੈਰਾ ਪਾਉਂਦੇ ਹਨ, ਵਾਜੇ ਵੱਜੇ ਸੱਚੀ ਬਾਣੀਆਂ ਪੰਚ ਮੂਏ ਮਨ ਮਾਰੇ। ਵਾਜੇ ਵੱਜੇ ਸੱਚੀ ਬਾਣੀਆਂ, ਵਾਜੇ ਵੱਜੇ ਦਾ ਮਤਲਬ ਬੋਲ ਬੋਲੇ ਜਾਂਦੇ ਨੇ, ਸੱਚੀ ਬਾਣੀਆਂ ਦਾ ਮਤਲਬ ਸਦਾ ਥਿਰ ਰਹਿਣ ਵਾਲੀ ਬਾਣੀ। ਜਦੋਂ ਕੱਪੜੇ ਵਗੈਰਾ ਪਾਉਂਦੇ ਨੇ, ਇਸ਼ਨਾਨ ਕਰਾਉਂਦੇ ਨੇ, ਤੇ ਹਿੰਦੂ ਵੀਰ ਕਹਿੰਦੇ ਨੇ ਨਾ ਰਾਮ ਨਾਮ ਸਤ ਹੈ। ਸਿੱਖ ਵੀਰ ਸ਼ਬਦ ਗਾਉਂਦੇ ਨੇ, ਜਾਂ ਜਦੋਂ ਸਤਨਾਮ ਵਾਹਿਗੁਰੂ ਜਪਦੇ ਨੇ, ਜਾਂ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਸੱਚੀ ਬਾਣੀ ਰਾਮ ਨਾਮ ਸਤ ਹੈ। ਇਹ ਕਿਹਾ ਜਾਂਦਾ ਹੈ ਕਿ ਰੱਬ ਦਾ ਨਾਮ ਹੀ ਸੱਚ ਹੈ, ਰੱਬ ਹੀ ਰਹਿਣ ਵਾਲਾ ਹੈ, ਬਾਕੀ ਸਾਰਾ ਸਥਿਰ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਪੰਚ ਮੂਏ ਮਨ ਮਾਰੇ। ਪੰਚ ਮੂਏ ਦਾ ਮਤਲਬ ਗਮ ਦੇ ਨਾਲ ਮੋਇਆਂ ਵਰਗੇ ਹੋ ਗਏ, ਮਨ ਮਾਰੇ ਦਾ ਮਤਲਬ ਮਨ ਮਾਰ ਕੇ ਗਮ ਖਾ। ਉਹਨਾਂ ਨੂੰ ਮਸਾਣਾ ਵਿੱਚ ਲੈ ਜਾਣ ਵਾਸਤੇ ਰਾਮ ਨਾਮ ਸਤ ਦੇ ਬੋਲ ਸ਼ੁਰੂ ਹੋ ਜਾਂਦੇ ਨੇ। ਤੇ ਪੰਚ ਦਾ ਮਤਲਬ ਜਿਹੜੇ ਨਿਕਟ ਸੰਬੰਧੀ ਹੁੰਦੇ ਨੇ, ਗਮ ਦੇ ਨਾਲ ਮੋਇਆਂ ਵਰਗੇ ਹੋ ਜਾਂਦੇ ਨੇ। ਪੰਚ ਮੂਏ ਮਨ ਮਾਰੇ, ਮਨ ਦੇ ਵਿੱਚ ਗਮ ਹੈ, ਮੋਇਆਂ ਵਰਗੇ ਹੋ ਜਾਂਦੇ ਨੇ, ਅਫਸੋਸ ਕਰਦੇ। ਜਾਨੀ ਵਿਛੁੰਨੜੇ ਮੇਰਾ ਮਰਨ ਭਇਆ, ਤ੍ਰਿਗ ਜੀਵਨ ਸੰਸਾਰੇ। ਤੇ ਜੇ ਪਤੀ ਗੁਜ਼ਰ ਜਾਏ ਤਾਂ ਔਰਤ ਇਹ ਕਹਿੰਦੀ ਹੈ ਕਿ ਇਸ ਪਿਆਰੇ ਦੇ ਨਾਲ ਮਰਨ ਕਰਕੇ ਮੇਰੀ ਵੀ ਮੌਤ ਹੀ ਹੋ ਗਈ ਹੈ, ਮੈਂ ਮਰਨ ਵਰਗਾ ਮੋਇਆਂ ਵਰਗੀ ਹੋ ਗਈ ਹਾਂ। ਹੁਣ ਸੰਸਾਰ ਵਿੱਚ ਮੇਰਾ ਵੀ ਰਹਿਣ ਨੂੰ ਜੀ ਨਹੀਂ ਕਰਦਾ, ਮੇਰਾ ਵੀ ਜੀਵਨ ਬੇਕਾਰ ਹੈ। ਪਤਨੀ ਵੀ ਕਹਿੰਦੀ ਹੈ, ਜੇ ਪਤੀ ਮਰ ਜਾਏ, ਪਤਨੀ ਮਰ ਜਾਏ, ਪਤੀ ਕਹਿੰਦਾ ਹੈ। ਬੱਚਾ ਮਰ ਜਾਏ, ਬਾਪ ਕਹਿੰਦਾ ਹੈ, ਬਾਪ ਮਰ ਜਾਏ, ਬੇਟਾ ਕਹਿੰਦਾ ਹੈ। ਲੋਕ ਕਹਿੰਦੇ ਨੇ ਨਾ ਕਿ ਹੁਣ ਮੇਰਾ ਜਿਉਣ ਕਾਹਦਾ ਹੈ, ਇਹਦੇ ਨਾਲ ਉਹ ਰੱਬ ਚੁੱਕ ਹੀ ਲੈਂਦਾ ਚੰਗਾ ਸੀ। ਇਹੋ ਜਿਹੇ ਬੋਲ ਉਦੋਂ ਫਿਰ ਬੋਲੇ ਜਾਂਦੇ। ਜੀਵਤ ਮਰੇ ਸੋ ਜਾਣੀਐ, ਫਿਰ ਸਚੜੇ ਹੇਤ ਪਿਆਰੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਓ ਇਹ ਮੌਤ ਤੇ ਹੋ ਹੀ ਜਾਣੀ ਹੈ। ਇਸ ਮੌਤ ਤੇ ਇਹੋ ਜਿਹੇ ਵਿਰਲਾਪ ਕੀਰਨੇ ਕਰਨ ਦੀ ਲੋੜ ਨਹੀਂ। ਜਿਹੜਾ ਜਿਉਂਦਿਆਂ ਹੋਇਆਂ ਮਰਦਾ ਹੈ, ਭਾਵ ਜਿਉਂਦਿਆਂ ਮੋਹ ਨੂੰ ਛੱਡਦਾ ਹੈ, ਜਿਉਂਦਿਆਂ ਜਿਹੜਾ ਵਿਕਾਰਾਂ ਵੱਲੋਂ ਮਰ ਜਾਂਦਾ ਹੈ, ਵਿਕਾਰਾਂ ਨੂੰ ਛੱਡ ਦਿੰਦਾ ਹੈ, ਫਿਰ ਸੱਚੜੇ ਹੇਤ ਪਿਆਰੇ, ਜਿਹੜਾ ਰੱਬ ਦੇ ਨਾਲ ਪਿਆਰ ਕਰਦਾ ਹੈ, ਜਿਉਂਦਿਆਂ ਸੱਚ ਦੇ ਨਾਲ ਪਿਆਰ ਕਰਦਾ ਹੈ, ਅਸਲੀ ਮਾਣ ਉਹਨੂੰ ਮਿਲਦਾ ਹੈ। ਉਹਦੇ ਮਰਨ ਤੇ ਅਫਸੋਸ ਕਰਨ ਦੀ ਲੋੜ ਨਹੀਂ ਪੈਂਦੀ। ਇਸ ਲਈ ਜਿਉਂਦੇ ਜੀਵਤ ਭਾਵ ਤੋਂ ਮਰੋ, ਜਿਉਂਦਿਆਂ ਆਪਣੇ ਅੰਦਰੋਂ ਈਗੋ ਨੂੰ ਖਤਮ ਕਰੋ, ਜਿਉਂਦੇ ਹੋਏ ਵਿਕਾਰਾਂ ਨੂੰ ਛੱਡ ਕੇ ਸ਼ੁਭ ਗੁਣਾਂ ਦੇ ਨਾਲ ਜੁੜੋ, ਜਿਉਂਦਿਆਂ ਮਾਇਆ ਦੇ ਪਿਆਰ ਨੂੰ ਛੱਡ ਕੇ, ਯਾਨੀ ਵਿਕਾਰਾਂ ਦੇ ਪਿਆਰ ਨੂੰ ਛੱਡ ਕੇ, ਮੈਂਟੈਲਿਟੀ ਭੈੜੀ ਦੇ ਪਿਆਰ ਨੂੰ ਛੱਡ ਕੇ ਰੱਬ ਨਾਲ ਪਿਆਰ ਪਾਓ। ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ। ਇਸ ਪੰਕਤੀ ਦੇ ਅਰਥ ਵਿਦਵਾਨ ਪੁਰਸ਼ਾਂ ਨੇ ਦੋ ਤਰ੍ਹਾਂ ਕੀਤੇ ਨੇ। ਇੱਕ ਤਾਂ ਇਹ ਅਰਥ ਕੀਤੇ ਨੇ ਕਿ ਤੁਸੀਂ ਹੀ ਇਸਤਰੀਓ ਜੋ ਰੋਣ ਲਈ ਆਈਆਂ ਹੋ, ਰੋ। ਕੂੜਾ ਵਿਰਲਾਪ ਹੈ, ਠੱਗੀ ਔਰ ਦੁਨੀਆ ਦਾ ਜਿਹੜਾ ਵਿਰਲਾਪ ਹੈ, ਝੂਠਾ ਹੈ, ਤੁਸੀਂ ਰੋਈ ਜਾਓ। ਰੋਣ ਵਾਲੀਆਂ ਬੀਬੀਆਂ ਆਉਂਦੀਆਂ ਨੇ, ਬੰਦੇ ਆਉਂਦੇ ਨੇ, ਮਹਿਮਾਨ ਆਉਂਦੇ ਨੇ, ਸੱਜਣ ਮਿੱਤਰ ਆਉਂਦੇ ਨੇ, ਰੋਂਦੇ ਨੇ, ਅਫਸੋਸ ਕਰਦੇ ਨੇ। ਤੇ ਇੱਕ ਇਹਦਾ ਅਰਥ ਤੇ ਇਹ ਕੀਤਾ ਗਿਆ ਹੈ ਕਿ ਤੁਸੀਂ ਝੂਠਾ ਰੋਣਾ ਰੋ ਰਹੇ ਹੋ, ਵਿਖਾਵੇ ਦਾ ਰੋਣਾ ਰੋ ਰਹੇ ਹੋ। ਤੇ ਵਾਸਤਵ ਦੇ ਵਿੱਚ ਨਾ ਕਈ ਵਾਰ ਅਸੀਂ ਵੇਖਦੇ ਹਾਂ, ਆਪ ਵੀ ਜਾਈਦਾ ਨਾ, ਲੋਕ ਹੁੰਦੇ ਨੇ ਯਾਰ, ਚੁੱਕਦੇ ਨਹੀਂ ਕਿ ਹੁਣ ਲੈ ਕੇ ਜਾਣ, ਅੱਗ ਲਾਓ ਯਾਰ, ਛੱਡੋ ਪੁਰਾਣੀਆਂ ਗੱਲਾਂ।
ਅਗਲੇ ਘਰ ਦੇ ਰੋਂਦੇ ਹੁੰਦੇ ਨੇ, ਪਿਛਲੇ ਬਹਿ ਕੇ ਮਤਲਬ ਅਖਬਾਰਾਂ ਦੀਆਂ ਗੱਲਾਂ ਕਰਦੇ ਹੁੰਦੇ ਨੇ, ਜਾਂ ਤਾਂ ਹੈ ਬਹੁਤ ਵਧੀਆ ਹੋ ਜਿਹਾ ਹੋ। ਇੱਕ ਅਰਥ ਤਾਂ ਇੱਕ ਭਾਈ ਸਾਹਿਬ ਸਿੰਘ ਹੋਣ ਵਾਸਤੇ ਹੀ ਜਗਤ ਵਿੱਚ ਆਈਆਂ ਹੋ। ਕਿਉਂ? ਝੂਠ ਮੁੱਠੀ ਸੰਸਾਰੇ, ਕਿਉਂਕਿ ਸੰਸਾਰ ਵਿੱਚ ਤੁਹਾਨੂੰ ਮਾਇਆ ਦੇ ਮੋਹ ਨੇ ਠੱਗਿਆ ਹੋਇਆ ਹੈ। ਯਾਨੀ ਜਿਨ੍ਹਾਂ ਨੂੰ ਮਾਇਆ ਦੇ ਮੋਹ ਨੇ ਠੱਗ ਲਿਆ ਹੈ, ਮਾਇਆ ਦਾ ਮਤਲਬ ਪੈਸਾ ਨਹੀਂ, ਭੈੜੀ ਮੈਂਟੈਲਿਟੀ, ਵਿਕਾਰ, ਜਿਨ੍ਹਾਂ ਦੇ ਮਨ ਨੂੰ ਵਿਕਾਰਾਂ ਨੇ ਠੱਗ ਲਿਆ ਹੈ, ਜੋ ਵਿਕਾਰਾਂ ਵਿੱਚ ਮੁੱਝ ਗਏ ਨੇ, ਭਾਈ ਸਾਹਿਬ ਸਿੰਘ ਜੀ ਅਰਥ ਕਰ ਰਹੇ ਨੇ ਕਿ ਉਹ ਰੋਣ ਵਾਸਤੇ ਆਏ ਨੇ, ਭਾਵ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਦੁੱਖ ਹੀ ਰਹੇਗਾ, ਜਿਉਂਦਿਆਂ ਵੀ ਹੋਇਆ। ਹੋਂ ਮੁੱਠੜੀ ਧੰਦੇ ਧਾਵਣੀਆਂ, ਫਿਰ ਛੋੜੜੀ ਵਿਤਨ ਕਾਰੇ। ਮੈਨ ਹੋਣ ਦਾ ਮਤਲਬ ਮੈਂ, ਧੰਦੇ ਦਾ ਮਤਲਬ ਮਾਇਆ ਦੇ ਆਰ ਵਿੱਚ, ਧਾਵਣੀਆਂ ਦਾ ਮਤਲਬ ਮਾਇਆ ਦੀ ਭੱਜ ਦੌੜ, ਫਿਰ ਦਾ ਮਤਲਬ ਖਸਮ ਨੇ, ਵਿਧਣੀਆਂ ਦਾ ਮਤਲਬ, ਵਿਧਣਕਾਰੇ ਦਾ ਮਤਲਬ ਵੀ ਧਣੀ, ਨਿਖਸਮੀ, ਵਿਧਣਕਾਰ ਦਾ ਮਤਲਬ ਨਿਖਸਮਿਆਂ ਵਾਲੀ ਕਾਰ। ਤਾਂ ਗੁਰੂ ਜੀ ਕਹਿੰਦੇ ਹਨ, ਜਦ ਤੱਕ ਮੈਂ ਮਾਇਆ ਦੇ ਆਹਰ ਵਿੱਚ, ਮਾਇਆ ਦੀ ਦੌੜ ਭੱਜ ਵਿੱਚ ਠੱਗੀ ਜਾ ਰਹੀ ਹਾਂ, ਤਦ ਤੱਕ ਨਿਖਸਮੀਆਂ ਵਾਲੀ ਕਾਰ ਦੇ ਕਾਰਨ ਪ੍ਰਭੂ ਨੇ ਮੈਨੂੰ ਛੱਡਿਆ। ਇਹ ਚੀਜ਼ ਨੂੰ ਅਸੀਂ ਥੋੜਾ ਜਿਹਾ ਸਮਝਾਂਗੇ। ਮੰਨ ਲਓ ਕੋਈ ਪਤਨੀ ਹੈ ਤੇ ਉਹ ਆਚਰਣਹੀਨ ਹੈ, ਪਤੀ ਦੇ ਕਹਿ ਤੋਂ ਬਾਹਰ ਹੈ, ਤਾਂ ਉਹਦੀ ਜ਼ਿੰਦਗੀ ਵਿੱਚ ਸੁੱਖ ਨਹੀਂ ਹੋ ਸਕਦਾ। ਤੇ ਜੇ ਕੋਈ ਪਤੀ ਕਰੈਕਟਰਲੈਸ ਹੈ, ਉਹ ਆਪਣੇ ਫਰਜ਼ਾਂ ਨੂੰ ਪੂਰੀਆਂ ਨਹੀਂ ਕਰਦਾ, ਤਾਂ ਵੀ ਘਰ ਦੇ ਅੰਦਰ ਸੁੱਖ ਸ਼ਾਂਤੀ ਨਹੀਂ ਹੋਣੀ। ਤਾਂ ਗੁਰੂ ਜੀ ਕਹਿੰਦੇ ਨੇ, ਮੇਰਾ ਪਤੀ ਪਰਮਾਤਮਾ, ਸਾਡਾ ਮਾਲਕ ਸਾਰਿਆਂ ਦਾ, ਜਦੋਂ ਤੱਕ ਅਸੀਂ ਉਹਦੇ ਗੁਣਾਂ ਨੂੰ ਛੱਡ ਕੇ, ਉਹਦੇ ਸਿਸਟਮ ਹੁਕਮ ਨੂੰ ਛੱਡ ਕੇ ਮਾਇਆ ਮੋਹ ਦੇ ਯਾਨੀ ਵਿਕਾਰਾਂ ਵਾਲੀ ਕਾਰ ਕਰਦੇ ਹਾਂ, ਉਦੋਂ ਤੱਕ ਰੱਬ ਦਾ ਸਾਡੇ ਨਾਲੋਂ ਵਿਛੋੜਾ ਰਹਿੰਦਾ, ਉਦੋਂ ਤੱਕ ਅਸੀਂ ਦੁਖੀ ਰਹਿੰਦੇ ਹਾਂ, ਉਦੋਂ ਤੱਕ ਸਾਡੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਆ ਸਕਦੀ। ਇਸ ਲਈ ਪਿਆਰਿਓ, ਜੇ ਜੀਵਨ ਦੇ ਅੰਦਰ ਸੁਖੀ ਔਰ ਸ਼ਾਂਤ ਹੋਣਾ ਚਾਹੁੰਦੇ ਹੋ, ਤਾਂ ਜਿਉਂਦੇ ਜੀ ਰੱਬ ਦੇ ਹੁਕਮ ਵਿੱਚ ਤੁਰੋ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਓ, ਔਰ ਰੱਬੀ ਗੁਣਾਂ ਵਾਲੀ ਕਾਰ ਕਰੋ। ਘਰ ਘਰ ਕੰਤ ਮਹੇਲੀਆਂ, ਮਹੇਲੀਆਂ ਬਿੰਦੀ ਲਾ ਕੇ ਪੜਾਂਗੇ। ਘਰ ਘਰ ਕੰਤ ਮਹੇਲੀਆਂ, ਰੂੜੇ ਹੇਤ ਪਿਆਰੇ। ਘਰ ਘਰ ਦਾ ਮਤਲਬ ਹਰ ਸਰੀਰ ਵਿੱਚ, ਕੰਤ ਦਾ ਮਤਲਬ ਰੱਬ, ਮਹੇਲੀਆਂ ਦਾ ਮਤਲਬ ਜੀਵ ਇਸਤਰੀਆਂ, ਰੂੜੇ ਦਾ ਅਰਥ ਹੈ ਸੁੰਦਰ। ਤਾਂ ਗੁਰੂ ਜੀ ਕਹਿੰਦੇ ਨੇ, ਖਸਮ ਪ੍ਰਭੂ ਤਾਂ ਹਰ ਇੱਕ ਜੀਵ ਇਸਤਰੀ ਦੇ ਅੰਦਰ ਵਸ ਰਿਹਾ ਹੈ। ਮੇਰੇ ਵੀ, ਤੁਹਾਡੇ ਵੀ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਰੱਬ ਗੁਣ ਸਰੂਪ ਹੋ ਕੇ ਸਾਡੇ ਅੰਦਰ ਵਸ ਰਿਹਾ ਹੈ। ਰੱਬ ਦੀ ਸੱਤਿਆ ਸਾਡੇ ਅੰਦਰ ਹੈ। ਜੇ ਸੱਤਿਆ ਨਾ ਹੋਵੇ ਤਾਂ ਅਸੀਂ ਜੀ ਨਹੀਂ ਸਕਦੇ, ਬੋਲ ਨਹੀਂ ਸਕਦੇ, ਵੇਖ ਨਹੀਂ ਸਕਦੇ। ਸਤ ਸੰਤੋਖ ਆਦਿਕ ਜੋ ਰੱਬੀ ਗੁਣ ਨੇ, ਉਹ ਸਾਡੇ ਅੰਦਰ ਵਸ ਰਹੇ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਹਰੇਕ ਜੀਵ ਇਸਤਰੀ ਦੇ ਹਿਰਦੇ ਵਿੱਚ ਵਸ ਰਿਹਾ ਹੈ। ਰੂੜੇ ਹੇਤ ਪਿਆਰੇ, ਤੇ ਉਹ ਸੁੰਦਰ ਨੇ ਜੋ ਪ੍ਰਭੂ ਦੇ ਪਿਆਰ ਦੇ ਅੰਦਰ ਆਪਣੇ ਆਪ ਨੂੰ ਰੱਖਦੀਆਂ ਨੇ। ਉਹ ਜੀਵ ਇਸਤਰੀਆਂ ਸੁੰਦਰ ਨੇ, ਉਹਨਾਂ ਦਾ ਜੀਵਨ ਸਫਲ ਹੈ, ਜਿਹੜੇ ਉਹ ਸੋਹਣੇ ਪ੍ਰਭੂ ਦੇ ਪਿਆਰ ਵਿੱਚ ਜਿਉਂਦੇ ਨੇ, ਉਹਨਾਂ ਦੀ ਇਹ ਜ਼ਿੰਦਗੀ ਸਫਲ ਹੋ ਜਾਂਦੀ ਹੈ। ਮੈਂ ਫਿਰ ਸੱਚ ਸਲਾਹਣਾ ਹੋ ਰਹਸਿਆੜੀ ਨਾਮ ਪਤਾਰੇ। ਰਹਸਿਆੜੀ ਦਾ ਮਤਲਬ ਹੈਗਾ ਖਿੜੀ ਹੋਈ, ਪ੍ਰਸੰਨ, ਨਾਮ ਦੇ ਮੁੰਮੇ ਨਾਲ ਸਿਹਾਰੀ, ਇਹ ਨਾਮ ਵਿੱਚ, ਸੱਚ ਵਿੱਚ ਹੈ। ਮੈਂ ਫਿਰ ਸੱਚ ਸਲਾਹਣਾ ਦਾ ਭਾਵ ਹੈ ਕਿ ਜਿੰਨਾ ਚਿਰ ਧਰਦੀ ਹਾਂ, ਉਹਨਾਂ ਚਿਰ ਮੇਰਾ ਮਨ ਖਿੜਿਆ ਰਹਿੰਦਾ। ਆਖਾਂ ਜੀਵਾਂ ਮਰ ਜਾਉਂ, ਜਦੋਂ ਤੱਕ ਮੈਂ ਪ੍ਰਭੂ ਦੀ ਪ੍ਰੀਤ ਵਿੱਚ ਹਾਂ, ਉਦੋਂ ਤੱਕ ਮੇਰਾ ਮਨ ਖਿੜਿਆ ਰਹਿੰਦਾ ਹੈ, ਯਾਨੀ ਮੇਰੀ ਜ਼ਿੰਦਗੀ ਅੰਦਰ ਖੁਸ਼ੀ ਰਹਿੰਦੀ ਹੈ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਖੁਸ਼ੀ ਰਹੇ, ਤਾਂ ਸਾਨੂੰ ਪ੍ਰਭੂ ਨਾਲ ਜੁੜੇ ਰਹਿਣਾ ਚਾਹੀਦਾ ਹੈ। ਹੁਣ ਸਾਨੂੰ ਅਖੀਰ ਦੇ ਅੰਦਰ ਸੰਦੇਸ਼ ਦੇ ਰਹਿੰਦਾ ਕਿ ਇਹਨਾਂ ਵਿਕਾਰਾਂ ਨੂੰ, ਰੋਣਿਆਂ ਧੋਣਿਆਂ ਨੂੰ ਛੱਡ ਕੇ ਕੀ ਕਰਨਾ ਚਾਹੀਦਾ ਹੈ। ਗੁਰ ਮਿਲਿਆ ਵੇਸ਼ ਪਲਟਿਆ, ਸਾਤਨ ਸਤ ਸਿੰਗਾਰੋ। ਵੇਸ਼ ਦਾ ਮਤਲਬ ਕਾਇਆ ਜੀਵਨ। ਜੇ ਗੁਰੂ ਮਿਲ ਪਏ, ਜੇ ਗੁਰੂ ਮਿਲ ਪਏ, ਜੇ ਅਸੀਂ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਈਏ, ਤਾਂ ਵੇਸ਼ ਪਲਟਿਆ, ਸਾਡੀ ਇਹ ਕਾਇਆ ਹੀ ਪਲਟ ਜਾਏਗੀ, ਜੀਵਨ ਹੀ ਬਦਲ ਜਾਏਗਾ, ਅੱਖਾਂ ਦਾ ਤੱਕਣਾ ਬਦਲ ਜਾਏਗਾ, ਜ਼ਬਾਨ ਦੇ ਬੋਲ ਬਦਲ ਜਾਣਗੇ, ਹੱਥਾਂ ਦੇ ਕਰਮ ਬਦਲ ਜਾਣਗੇ, ਪੈਰਾਂ ਦੀ ਚਾਲ ਬਦਲ ਜਾਏਗੀ, ਮਨ ਦੀ ਸੋਚ ਬਦਲ ਜਾਏਗੀ, ਜੀਵਨ ਬਦਲ ਜਾਏਗਾ। ਜੀਵਨ ਦੁੱਖਾਂ ਤੋਂ ਸੁੱਖਾਂ ਵਿੱਚ ਕਨਵਰਟ ਹੋ ਜਾਏਗਾ।
ਹਾਰਾਂ ਜਿੱਤਾਂ ਵਿੱਚ ਬਦਲ ਜਾਣਗੀਆਂ, ਈਰਖਾ ਪ੍ਰੇਮ ਵਿੱਚ ਬਦਲ ਜਾਏਗੀ। ਸਾਤਨ ਸੱਚ ਸ਼ਿੰਗਾਰੋ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾ ਲੈਂਦੀ ਹੈ, ਗੁਰੂ ਨੂੰ ਮਿਲ ਕੇ ਉਹਦੀ ਜ਼ਿੰਦਗੀ ਹੀ ਬਦਲ ਜਾਂਦੀ। ਤਾਂ ਇਹਦਾ ਮਤਲਬ ਸਾਡੀ ਜ਼ਿੰਦਗੀ ਬਦਲ ਸਕਦੀ ਹੈ, ਸਾਡੀਆਂ ਹਾਰਾਂ ਜਿੱਤਾਂ ਵਿੱਚ, ਸਾਡੀਆਂ ਚਿੰਤਾਵਾਂ ਖੁਸ਼ੀਆਂ ਵਿੱਚ, ਸਾਡੀ ਈਰਖਾ ਪ੍ਰੇਮ ਦੇ ਅੰਦਰ ਬਦਲ ਸਕਦੀ ਹੈ ਜੇ ਅਸੀਂ ਗੁਰੂ ਨੂੰ ਮਿਲ ਪਈਏ, ਯਾਨੀ ਗੁਰੂ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਕਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ, ਸਾਡੀ ਜ਼ਿੰਦਗੀ ਦਾ ਸ਼ਿੰਗਾਰ ਠੀਕ ਹੋ ਜਾਏ। ਤਾਂ ਗੁਰੂ ਜੀ ਕਹਿੰਦੇ ਨੇ, ਆਵੋ ਮਿਲੋ ਸਹੇਲੀ ਹੋ ਸਿਮਰੋ ਸਿਰਜਣਹਾਰੋ, ਕਿ ਐ ਸਤਸੰਗੀ ਵੀਰੋ ਭੈਣੋ ਆਓ ਮਿਲੋ, ਸਿਰਜਣਹਾਰ ਰੱਬ ਨੂੰ ਸਿਮਰੋ। ਇਹ ਜਿਹੜਾ ਮਰ ਗਿਆ ਹੈ, ਇਹਦੇ ਮਰਨ ਤੇ ਰੋਵੋ ਨਾ, ਰੋਣ ਨਾਲ ਕੁਝ ਨਹੀਂ ਹੋਣਾ, ਰੋਣ ਨਾਲ ਇਹਨੇ ਵਾਪਸ ਨਹੀਂ ਆਣਾ। ਸਿਰਜਣਹਾਰ ਪ੍ਰਭੂ ਨੂੰ ਸਿਮਰੋ, ਉਹਦੇ ਗੁਣਾਂ ਨੂੰ ਯਾਦ ਕਰੋ। ਉਹਦੇ ਗੁਣ ਨੇ ਦਇਆ ਕਰਨੀ, ਪਿਆਰ ਕਰਨਾ ਹੈ, ਉਹਦੇ ਗੁਣ ਨੇ, ਉਹਦੇ ਗੁਣਾਂ ਨੂੰ ਯਾਦ ਕਰੋ, ਜਿਸ ਕਰਕੇ ਤੁਹਾਡੀ ਜ਼ਿੰਦਗੀ ਸਫਲ ਹੋ ਸਕੇ। ਅਗਲਾ ਬਚਨ ਕਰਦੇ ਨੇ, ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ। ਇੱਥੇ ਸੁਹਾਗਣੀ ਦੇ ਸੱਸੇ ਥੱਲੇ ਔਂਕੜ ਵੀ ਹੈ ਔਰ ਸੱਸੇ ਦੇ ਉੱਤੇ ਹੋੜਾ ਵੀ ਹੈ। ਸ਼ੁੱਧ ਸ਼ਬਦ ਹੈ ਸੁਹਾਗਣੀ ਹੋੜੇ ਨਾਲ, ਲੇਕਿਨ ਪੜਨਾ ਹੈ ਸੁਹਾਗਣੀ, ਕਿਉਂਕਿ ਸੁਹਾਗਣੀ ਕਾਵ ਤੋਲ ਪੂਰੇ ਕਰਨ ਵਾਸਤੇ ਲਗਾਇਆ ਗਿਆ ਹੈ। ਬਈਅਰ ਦਾ ਮਤਲਬ ਇਸਤਰੀ, ਰਾਜਸਥਾਨ ਵੱਲ ਜਾਈਏ ਨਾ, ਭਰਤਪੁਰ, ਧੌਲਪੁਰ, ਅਲਵਰ, ਤਾਂ ਉਧਰ ਬਈਅਰ ਇਸਤਰੀ ਨੂੰ ਕਹਿੰਦੇ ਨੇ। ਬਈਅਰ ਨਾਮ ਸੁਹਾਗਣੀ, ਜਿਹੜੀ ਜੀਵ ਇਸਤਰੀ ਸੱਚ ਦੇ ਅੰਦਰ ਜੁੜ ਜਾਂਦੀ ਹੈ, ਉਹ ਅਸਲੀ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ, ਉਹਦੀ ਕਿਸਮਤ ਜਾਗ ਪੈਂਦੀ ਹੈ, ਉਹ ਚੰਗੇ ਭਾਗਾਂ ਵਾਲੀ ਹੋ ਜਾਂਦੀ ਹੈ। ਸੱਚ ਸਵਾਰਨ ਹਾਰੋ, ਕਿਉਂਕਿ ਸੱਚ ਜਿਹੜਾ ਸਦਾ ਥਿਰ ਪ੍ਰਭੂ ਹੈ, ਉਹਦੇ ਜੀਵਨ ਨੂੰ ਸਵਾਰਨ ਵਾਲਾ ਹੁੰਦਾ ਹੈ, ਉਹਦੇ ਗੁਣਾਂ ਰਾਹੀਂ ਉਹਦਾ ਜੀਵਨ ਸਮਰ ਜਾਂਦਾ ਹੈ। ਗਾਵੋ ਗੀਤ, ਇੱਥੇ ਥੋੜਾ ਜਿਹਾ ਰੁਕਣਾ ਹੈ। ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ। ਗਾਵੋ ਗੀਤ ਦਾ ਮਤਲਬ, ਜੇ ਤੁਸੀਂ ਰੱਬ ਦੀ ਸਿਫਤ ਸਲਾਹ ਗਾਓਗੇ, ਜੇ ਰੱਬੀ ਗੁਣਾਂ ਦੇ ਧਾਰਨੀ ਹੋਵੋਗੇ। ਨਾ ਬਿਰਹੜਾ ਦਾ ਮਤਲਬ ਫਿਰ ਰੱਬ ਦੇ ਨਾਲੋਂ ਵਿਛੋੜਾ ਨਹੀਂ ਹੋਏਗਾ, ਫਿਰ ਜ਼ਿੰਦਗੀ ਵਿੱਚ ਦੁੱਖ ਨਹੀਂ ਹੋਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਨਾਨਕ ਬ੍ਰਹਮ ਵਿਚਾਰੋ, ਉਸ ਬ੍ਰਹਮ ਦੇ ਵਿਚਾਰ ਕਰੋ, ਉਹਦੇ ਗੁਣਾਂ ਨੂੰ ਵਿਚਾਰੋ, ਉਹਦੇ ਗੁਣਾਂ ਨੂੰ ਆਪਣੇ ਵਿਚਾਰ ਮੰਡਲ ਦੇ ਅੰਦਰ ਵਸਾਓ। ਗਾਵੋ ਗੀਤ, ਗੀਤ ਦਾ ਮਤਲਬ ਰੱਬ ਦੀ ਸਿਫਤ ਸਲਾਹ, ਰੱਬ ਦੇ ਗੁਣ, ਗੁਣਾਂ ਦੀ ਗੱਲ ਕਰੋ, ਗੁਣਾਂ ਬਾਰੇ ਸੋਚੋ, ਗੁਣਾਂ ਬਾਰੇ ਬੋਲੋ, ਗੁਣਾਂ ਵਾਲਾ ਵਿਹਾਰ ਕਰੋ। ਗਾਵੋ ਗੀਤ, ਫਿਰ ਕੀ ਹੋਏਗਾ? ਨਾ ਬਿਰਹੜਾ, ਫਿਰ ਵਿਛੋੜਾ ਨਹੀਂ ਹੋਏਗਾ, ਫਿਰ ਸਾਡੀਆਂ ਆਪਸੀ ਦੂਰੀਆਂ ਨਹੀਂ ਵਧਣਗੀਆਂ, ਗੁਰੂ ਨਾਲੋਂ ਵਿਛੋੜਾ ਨਹੀਂ ਹੋਏਗਾ, ਰੱਬ ਨਾਲੋਂ ਵਿਛੋੜਾ ਨਹੀਂ ਹੋਏਗਾ, ਸੁੱਖਾਂ ਨਾਲੋਂ ਵਿਛੋੜਾ ਨਹੀਂ ਹੋਏਗਾ, ਆਤਮਿਕ ਜੀਵਨ ਨਾਲੋਂ ਵਿਛੋੜਾ ਨਹੀਂ ਹੋਏਗਾ। ਇਸ ਲਈ ਨਾਨਕ ਬ੍ਰਹਮ ਵਿਚਾਰੋ, ਉਸ ਬ੍ਰਹਮ ਨੂੰ ਆਪਣੇ ਵਿਚਾਰ ਮੰਡਲ ਵਿੱਚ ਵਸਾਓ, ਰੱਬ ਦੇ ਗੁਣਾਂ ਨੂੰ ਆਪਣੀ ਮੈਂਟੈਲਿਟੀ, ਮਾਨਸਿਕਤਾ ਦੇ ਅੰਦਰ ਵਸਾਓ, ਫਿਰ ਤੁਹਾਡਾ ਇਹ ਜੀਵਨ ਸਫਲ ਹੋ ਜਾਏਗਾ। ਤਾਂ ਇਸ ਅਲਾਹਣੀਆਂ ਦੇ ਇਸ ਪਾਵਨ ਸ਼ਬਦ ਰਾਹੀਂ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਕਿ ਅਸੀਂ ਮਰਨ ਵਾਲੇ ਇਨਸਾਨ ਤੇ ਰੋਣਾ ਨਹੀਂ, ਕਿਉਂਕਿ ਰੱਬੀ ਹੁਕਮ ਐਸਾ ਹੈ, ਸਗੋਂ ਜਿਉਂਦਿਆਂ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ। ਔਰ ਕਿਸੇ ਦੀ ਮੌਤ ਦੇ ਸਮੇਂ ਜੋ ਇਸ ਪਾਵਨ ਸ਼ਬਦ ਦੇ ਅੰਦਰ ਵਿਚਾਰ ਗੁਰੂ ਜੀ ਨੇ ਦਿੱਤੀ ਹੈ, ਉਹ ਵਿਚਾਰ ਉੱਥੇ ਵੀ ਕਰਨ ਦਾ ਯਤਨ ਕਰਨਾ ਹੈ। ਔਰ ਜਿਹੜਾ ਪ੍ਰਾਣੀ ਗੁਜ਼ਰ ਜਾਂਦਾ ਹੈ, ਉਹਦੇ ਜੋ ਪਿਛਲੇ ਪਰਿਵਾਰ ਦੇ ਮੈਂਬਰ ਨੇ, ਉਹਨਾਂ ਦੇ ਨਾਲ ਹਮਦਰਦੀ ਕਰਨੀ ਹੈ ਔਰ ਨਾਲ ਇਹ ਕਹਿਣਾ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਨੂੰ ਕਿਸੇ ਚੀਜ਼ ਦੀ ਕੰਮ ਦੀ ਜ਼ਰੂਰਤ ਹੋਵੇਗੀ, ਤੁਹਾਡੇ ਨਾਲ ਹਾਂ, ਤੁਸੀਂ ਇਕੱਲੇ ਨਹੀਂ ਹੋ, ਅਸੀਂ ਸਾਰੇ ਏਕ ਪਿਤਾ ਏਕਸ ਕੇ ਹਮ ਬਾਰਿਕ ਹਾਂ। ਸੱਚ ਨੂੰ ਬੇਸ ਬਣਾ ਕੇ ਇਹ ਜ਼ਿੰਦਗੀ ਨੂੰ ਜੀਣ ਦਾ ਯਤਨ ਕਰਨਾ ਹੈ। ਮੈਂ ਫੇਸਬੁੱਕ ਤੇ ਵੇਖ ਰਿਹਾ ਹਾਂ, ਕੁਝ ਮੇਰੇ ਫਰੈਂਡ ਵੀਰ ਸਰਵਣ ਕਰ ਰਹੇ ਨੇ। ਆਪ ਸਰਵਣ ਕਰਨ ਵਾਲਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਔਰ ਕਲਾਸ ਵਾਲਿਆਂ ਦਾ ਵੀ ਧੰਨਵਾਦ। ਮੈਂ ਇੱਥੇ ਸਮਾਪਤੀ ਕਰਦਾ ਔਰ ਹੁਣ ਅਗਲੀ ਜੋ ਕਾਰਵਾਈ ਹੈ ਉਹ ਵੀਰ ਜੀ ਤਰਲੋਚਨ ਸਿੰਘ ਜੀ ਅਨਮਿਊਟ ਹੋ ਕੇ ਤੇ ਉਹ ਕਾਰਵਾਈ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਜੀ, ਤੁਹਾਡਾ ਬਹੁਤ ਬਹੁਤ ਹਮੇਸ਼ਾ ਦੀ ਤਰ੍ਹਾਂ। ਸਾਰਿਆਂ ਨੂੰ ਬੇਨਤੀ ਹੈ ਜੀ, ਜੇ ਕਿਸੇ ਨੇ ਇਹਨਾਂ ਦੇ YouTube ਤੇ ਚੈਨਲ ਤੇ ਵੀ ਜਾਣਾ ਹੋਵੇ, ਸਾਡੇ YouTube ਚੈਨਲ ਤੇ ਜਾਣਾ ਹੋਵੇ, ਹੋਰਾਂ ਨੂੰ ਦੱਸਣ ਵਾਸਤੇ, ਉਹ ਵੀ ਜਾ ਸਕਦੇ ਆ। ਤੇ ਗਿਆਨੀ ਜੀ ਦੀ ਜਿਹੜੀ ਫੇਸਬੁੱਕ ਆ, ਉਹਨਾਂ ਤੋਂ ਵੀ ਜਿਹੜੀ ਕਥਾ ਹੈਗਾ ਮੁੜ ਕੇ ਸੁਣ ਸਕਦੇ ਆ। ਤੇ ਅੱਜ ਦੀ ਕਥਾ ਆਪਣੇ ਸਾਰਿਆਂ ਨੇ ਸਰਵਣ ਕਰ ਲਈ ਹੈ। ਜੇ ਕੁਛ ਵੀ ਤੁਸੀਂ ਪੁੱਛਣਾ ਜਾਂ ਆਪਣੇ ਵਿਚਾਰ ਦੇਣੇ ਆ ਤਾਂ ਹੁਣੇ ਅਨਮਿਊਟ ਹੋ ਜਾਓ ਜੀ।
ਤਾਂ ਕਿ ਗਿਆਨੀ ਜੀ ਸਾਡੇ ਨਾਲ ਹੀ ਆ ਤੇ ਉਹ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਆ, ਜਾਂ ਆਪਣੇ ਕੋਈ ਵਿਚਾਰ ਰੱਖਣੇ ਆ ਤਾਂ ਉਹ ਵੀ ਤੁਸੀਂ ਰੱਖ ਸਕਦੇ ਹੋ। ਤੇ ਮੈਂ ਇੱਕ ਬੇਨਤੀ ਕਰਦਾ ਜੀ, ਮੈਂ ਕਿਤੇ ਜਿਹੜੇ ਭਾਈ ਸਾਹਿਬ ਆਪਣੇ ਰਣਜੀਤ ਸਿੰਘ ਜੀ ਢੱਡੀਆਂ ਵਾਲੇ, ਉਹਨਾਂ ਦੇ ਕਿਤੇ ਮੈਂ ਦੀਵਾਨ ਸੁਣਦਾ ਸੀਗਾ, ਤੇ ਕੱਲ ਦਾ ਉਹਨਾਂ ਦਾ ਜਿਹੜਾ ਦੀਵਾਨ ਸੀਗਾ ਨਾ ਐਤਵਾਰ ਦਾ, ਉਹ ਮੈਂ ਸੁਣਦਾ ਸੀਗਾ ਅੱਜ, ਤੇ ਉਹਦੇ ਵਿੱਚੋਂ ਕਾਫੀ ਵਿਚਾਰਧਾਰਾ ਬਹੁਤ ਹੀ ਵਧੀਆ ਲੱਗੀ ਮੈਨੂੰ ਵੈਸੇ ਉਹਨਾਂ ਦੀ। ਜੇ ਕਿਸੇ ਨੇ ਨਹੀਂ ਸੁਣਿਆ ਤਾਂ ਉਹ ਜ਼ਰੂਰ ਸੁਣਿਓ ਜੀ। ਜੇ ਕਿਸੇ ਨੂੰ ਲਿੰਕ ਚਾਹੀਦਾ ਹੋਇਆ ਮੇਰੇ ਨਾਲ, ਜਿਹੜੇ ਮੈਨੂੰ ਜਾਣਦੇ ਆ ਉਹ ਮੇਰੇ ਨਾਲ ਕੰਟੈਕਟ ਕਰ ਸਕਦੇ ਆ। ਜੇ ਕਿਸੇ ਨੂੰ ਚਾਹੀਦਾ ਹੋਇਆ ਲਿੰਕ ਤਾਂ ਮੈਂ ਉਹਨਾਂ ਨੂੰ ਭੇਜ ਸਕਦਾ। ਅੱਜ ਦੇ ਜਿਹੜੀ ਆਪਾਂ ਡਿਸਕਸ਼ਨ ਚੱਲਦੀ ਆ ਸਾਡੀ ਇੱਥੇ ਮਰਗ ਬਾਰੇ ਜਾਂ ਐਲਾਨੀਆਂ ਬਾਰੇ ਜਾਂ ਹੋਰ ਡਿਸਕ੍ਰਿਪਸ਼ਨ ਜਿਹੜੀ ਚੱਲ ਰਹੀ ਆ, ਉਹਦੇ ਬਾਰੇ ਵੀ ਉਹਨਾਂ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਆ, ਕੋਈ ਹੋਰ ਸ਼ਬਦ ਦੀ ਵਿਆਖਿਆ ਕਰਕੇ, ਤੇ ਇਸ ਵੱਲ ਨੂੰ ਵੀ ਉਹਨਾਂ ਨੇ ਧਿਆਨ ਦਿੱਤਾ ਜੀ ਬਹੁਤ ਵਧੀਆ ਤਰੀਕੇ ਦੇ ਨਾਲ। ਸੋ ਜੇ ਕਿਸੇ ਨੂੰ ਲਿੰਕ ਚਾਹੀਦਾ ਹੋਇਆ ਤਾਂ ਮੇਰੇ ਨਾਲ ਕੰਟੈਕਟ ਕਰ ਲਿਓ। ਠੀਕ ਹੈ ਜੀ, ਕੋਈ ਅਨਮਿਊਟ ਨਹੀਂ ਹੋਇਆ, ਇਹਦਾ ਮਤਲਬ ਸਭ ਸੈਟਿਸਫੈਕਟਰੀ ਹੈ ਜੀ, ਤੇ ਸਾਰਿਆਂ ਨੂੰ ਪਸੰਦ ਆਈ ਹੋਊਗੀ, ਤੇ ਉਮੀਦ ਹੈ ਕਿ ਆਪਾਂ ਫਿਰ ਕੱਲ ਨੂੰ ਇੱਦਾਂ ਹੀ। ਕੁਲਦੀਪ ਕੌਰ ਜੀ ਤੁਸੀਂ ਅਨਮਿਊਟ ਹੋਏ ਆ, ਯਾਨੀ ਵੇਟ ਨਾ ਕਰਿਆ ਕਰੋ ਜੀ, ਉਸ ਵੇਲੇ ਅਨਮਿਊਟ ਹੋ ਜਾਇਆ ਕਰੋ ਤਾਂ ਕਿ ਮਤਲਬ ਆਪਾਂ ਜੱਕੋ ਤੱਕੋ ਚ ਨਾ ਪਈਏ। ਹਾਂਜੀ ਕੁਲਦੀਪ ਕੌਰ ਜੀ। ਮੈਂ ਇਹ ਪੁੱਛਣਾ ਸੀਗਾ ਕਿਹੜੇ ਵਾਲਾ ਉਹਨਾਂ ਨੇ, ਕਿਹੜੇ ਸ਼ਬਦ ਦੇ ਉੱਤੇ ਤੁਸੀਂ ਕਹਿ ਰਹੇ ਉਹਨਾਂ ਨੇ ਜਿਹੜਾ ਕੀਤਾ ਸੀ? ਤੁਸੀਂ ਦੇਖੋ, ਮੈਂ ਇਦਾਂ ਨਹੀਂ ਕਹਿ ਸਕਦਾ ਵੀ ਕਿਹੜੇ ਸ਼ਬਦ ਤੇ, ਤੁਸੀਂ ਉਹਦਾ ਜਿਹੜਾ ਕੱਲ ਦਾ ਦੀਵਾਨ ਹੈ ਨਾ ਜੀ, ਉਹ ਮੈਂ ਤੁਹਾਨੂੰ ਕਹਿਣਾ ਕਿ ਉਹ ਸੁਣ ਲਿਓ। ਜੇ ਤੁਹਾਡੇ ਕੋਲ ਨਹੀਂ ਲਿੰਕ, ਮੈਂ ਤੁਹਾਨੂੰ ਲਿੰਕ ਭੇਜ ਦੂੰਗਾ, ਉਹਦਾ ਭੇਜ ਦਿਓ। ਠੀਕ ਹੈ ਜੀ, ਉਹ ਧਿਆਨ ਨਾਲ ਸੁਣਿਓ। ਤੇ ਵੈਸੇ ਤਾਂ ਉਹਨਾਂ ਦੇ ਕਈ ਦੀਵਾਨ ਜਿਹੜੇ ਉਹਨਾਂ ਦੇ ਫੈਨ ਆ ਜਾਂ ਹੈਗੇ ਆ ਨਾ, ਉਹ ਤਾਂ ਸਾਰੇ ਉਹਨਾਂ ਨੂੰ ਜਾਣਦੇ ਆ, ਉਹਨਾਂ ਦੀ ਜਿਹੜੀ ਵਿਚਾਰਧਾਰਾ ਦੇ ਨਾਲ ਜਿਹੜੇ ਸਹਿਮਤ ਆ ਨਾ, ਤੇ ਉਹਨਾਂ ਨੂੰ ਤਾਂ ਸਾਰਾ ਪਤਾ ਹੀ ਹੈ ਜੀ ਕਿ ਕਿਹੜੇ ਸ਼ਬਦ ਜਾਂ ਕਿੱਦਾਂ ਵਿਆਖਿਆ ਕਰਦੇ ਆ। ਪਰ ਮੈਂ ਅੱਜ ਉਹਨਾਂ ਦਾ ਸੁਣਿਆ ਸੀਗਾ, ਇਸ ਕਰਕੇ ਮੈਂ ਕਹਿ ਰਿਹਾ ਕਿ ਮੈਨੂੰ ਲੱਗਦਾ ਮੈਂ ਸੁਣਿਆ ਸੀ, ਪਰ ਭੇਜ ਦਿਓ ਤੁਸੀਂ, ਫਿਰ ਮੈਂ ਸੁਣ ਲਾਂਗੀ ਕਿ ਉਹੀ ਹੈਗਾ ਕਿ ਕਿਸੇ ਹੋਰ ਦੀ ਗੱਲ ਕਰ ਰਹੇ ਆ। ਹਾਂਜੀ ਹਾਂਜੀ, ਕੋਈ ਗੱਲ ਨਹੀਂ ਜੀ, ਮੈਂ ਥੈਂਕ ਯੂ ਜੀ ਤੁਹਾਡਾ। ਤੇ ਸੁਰਿੰਦਰ ਕੌਰ ਜੀ ਤੁਸੀਂ ਅਨਮਿਊਟ ਹੋਏ। ਹਾਂਜੀ ਭਾਜੀ, ਮੈਨੂੰ ਵੀ ਲਿੰਕ ਇਹ ਭੇਜਿਓ ਜੀ ਢੱਡੀਆਂ ਵਾਲਿਆਂ ਦਾ। ਠੀਕ ਹੈ ਜੀ, ਮੈਂ ਤੁਹਾਨੂੰ ਵੀ ਭੇਜ ਦੂੰਗਾ ਜੀ। ਤੁਹਾਡੇ ਕੋਲ ਮੇਰਾ ਨੰਬਰ ਹੈਗਾ? ਨੰਬਰ ਤਾਂ ਮੇਰਾ ਖਿਆਲ ਹੈ ਨਹੀਂ ਜੀ, ਜੇ ਤੁਸੀਂ ਲਿਖਾ ਦੋਗੇ ਤਾਂ ਮੈਂ ਤੁਹਾਨੂੰ ਭੇਜ ਦੇਣਾ। 077 ਜੀ 87 ਜੀ 575 ਜੀ 072। ਠੀਕ ਹੈ ਜੀ, ਮਿਹਰਬਾਨੀ। ਮੈਂ ਇਹ ਤੋਂ ਬਾਅਦ ਕਲਾਸ ਦੇ ਬਾਅਦ ਮੈਂ ਫਿਰ ਤੁਹਾਨੂੰ ਲਿੰਕ ਭੇਜ ਦਿੰਦਾ ਜੀ। ਭੇਜ ਦਿਓ ਜੀ, ਮੈਨੂੰ ਵੀ ਭੇਜ ਦੇਣਾ। ਹਾਂਜੀ ਹਾਂਜੀ, ਆਪਣੇ ਮੈਨੂੰ ਵੀ ਭੇਜ ਦੇਣਾ ਵੀਰ ਜੀ। ਅੱਛਾ ਠੀਕ ਹੈ, ਨੰਬਰ ਨੋਟ ਕਰ ਲਓ 9891। ਤੁਹਾਡਾ ਹੈਗਾ ਜੀ ਮੇਰੇ ਕੋਲ। ਅੱਛਾ ਜੀ, ਠੀਕ ਹੈ, ਥੈਂਕ ਯੂ ਜੀ। ਅਸੀਂ ਐਮਰਜੈਂਸੀ ਲਈ ਰੱਖਿਆ ਤੁਹਾਡਾ ਨੰਬਰ। ਓਕੇ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ। ਤੇ ਹੋਰ ਵੀ ਕਿਸੇ ਨੂੰ ਚਾਹੀਦਾ ਹੋਗਾ ਮੈਂ ਦੱਸ ਦੇ। ਚਲੋ ਠੀਕ ਹੈ ਜੀ, ਆਪਾਂ ਇੱਥੇ ਸੁਰਿੰਦਰ ਕੌਰ ਜੀ। ਹਾਂਜੀ ਵੀਰ ਜੀ, ਮੈਂ ਹਾਂਜੀ ਸੁਰਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਸੇ ਹੁਣੀ ਡਿਸਪਲੇ ਕਰ ਦਿਓ। ਮੈਂ ਹੁਣ ਤਿਆਰੀ ਕਰਕੇ ਨਹੀਂ ਜੀ ਆਇਆ, ਇਸ ਕਰਕੇ ਮੈਂ ਡਿਸਪਲੇ ਨਹੀਂ ਕਰ ਸਕਦਾ। ਓਕੇ, ਹਾਂਜੀ। ਮੈਂ ਤਾਂ ਵੈਸੇ ਗੱਲ ਚੋਂ ਗੱਲ ਨਿਕਲੀ ਆ ਤਾਂ ਮੈਂ ਸੋਚਿਆ, ਮੇਰੇ ਦਿਮਾਗ ਦੇ ਵਿੱਚ ਸੀਗੀ, ਮੈਂ 2-3 ਘੰਟੇ ਪਹਿਲਾਂ ਤਾਂ ਸੁਣਦਾ ਸੀਗਾ, ਤੇ ਉਹ ਮੇਰੇ ਦਿਮਾਗ 'ਚ ਫਰੈਸ਼ ਸੀਗੀ ਗੱਲ, ਕਿਉਂਕਿ ਐਲਾਨੀਆਂ ਦੇ ਨਾਲ ਸਮਥਿੰਗ ਰਿਲੇਟਡ ਹੈਗੀ ਆ, ਜਾਂ ਉੱਦਾਂ ਵੀ ਜਨਰਲ ਸਾਡੀ ਲਾਈਫ ਦੇ ਵਿੱਚ ਅਪਸ ਐਂਡ ਡਾਊਨ ਜਿਹੜੀਆਂ ਆਉਂਦੀਆਂ, ਉਹਨਾਂ ਦੇ ਨਾਲ ਰਿਲੇਟਡ ਕੋਈ ਵਿਆਖਿਆ ਹੋਵੇ ਤਾਂ ਸਾਨੂੰ ਸਾਰਿਆਂ ਨੂੰ ਸੁਣਨੀ ਚਾਹੀਦੀ ਹੈ, ਉਹਦੇ ਵਿੱਚ ਕੋਈ ਹੱਥ ਨਹੀਂ। ਹਾਂਜੀ, ਉਹਨਾਂ ਦੀ ਅੱਛੀ ਹੁੰਦੀ ਹੈ, ਮੈਂ ਕਈ ਵਾਰੀ ਸੁਣੀ ਹੈ ਉਹਨਾਂ ਦੀ ਵਿਆਖਿਆ। ਚੰਗੀ ਚੀਜ਼ ਤੁਸੀਂ ਕਿਤੇ ਵੀ ਲੈ ਸਕਦੇ ਹਾਂ ਜੀ। ਸੋ ਇਸ ਕਰਕੇ ਠੀਕ ਹੈ ਸੁਰਿੰਦਰ ਕੌਰ ਜੀ। ਮੈਂ ਪਤਾ ਨਹੀਂ, ਮੇਰੇ ਕੋਲ ਸ਼ਾਇਦ ਤੁਹਾਡਾ ਨੰਬਰ ਹੈ ਨਹੀਂ, ਪਰ ਤੁਸੀਂ ਐ ਨਹੀਂ ਵੀ ਤੁਸੀਂ ਤਾਂ ਚੈੱਕ ਕਰ ਸਕਦੇ ਹੋ ਉਹਨਾਂ ਦੀ ਵੈਬਸਾਈਟ ਤੇ ਜਾ ਕੇ। ਕਰ ਸਕਦੀ ਹਾਂ। ਕੱਲ ਦੀ ਜਿਹੜੀ ਉਹਨਾਂ ਦੀ ਸੀਗੀ ਨਾ, ਉਹ ਤੁਸੀਂ ਕਰ ਲਿਓ ਚੈੱਕ। ਥੈਂਕ ਯੂ ਜੀ। ਤੇ ਠੀਕ ਹੈ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗਿਆਨੀ ਜੀ ਬਹੁਤ ਬਹੁਤ ਧੰਨਵਾਦ ਜੀ, ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਹਮੇਸ਼ਾ ਇਸ ਤਰ੍ਹਾਂ ਵਿਆਖਿਆ ਬਹੁਤ ਕੀਤੀ ਹੈ ਜੀ। ਤੇ ਆਪਾਂ ਕੱਲ ਨੂੰ ਮੁੜ ਕੇ ਆਵਾਂਗੇ ਜੀ ਇਸੇ ਟਾਈਮ ਤੇ 2 ਵਜੇ, ਤੇ ਉੱਦਾਂ ਹੀ ਆਪਾਂ ਇਜਾਜ਼ਤਾਂ ਲੈ ਲਈਏ। ਤੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।